ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਜਤਿੰਦਰ ਖੈਰਾ। ਸੋ ਜਤਿੰਦਰ ਜੀ, ਨਿਊਜ਼ ਹੈ ਕਿ ਹੁਣ ਗਰਮੀ ਤੋਂ ਰਾਹਤ ਮਿਲੂਗੀ। ਅਗਲੇ 2 ਦਿਨਾਂ ਤੱਕ ਕਾਫੀ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਵੱਖੋ-ਵੱਖ ਇਲਾਕਿਆਂ ਦੇ ਵਿੱਚ, ਤੇ ਸਾਡੇ ਜਲੰਧਰ ਵਿੱਚ ਵੀ ਕਾਫੀ ਬਾਰਿਸ਼ ਹੋਣੀ ਹੈ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ। ਸੋ ਤਿਆਰ ਹੋ ਹੁਣ ਮੀਂਹ ਵਿੱਚ ਭੇਜਣ ਵਾਸਤੇ। वैसे आज तो बारिश हो गई है जलंधर में, बारिश ਦੇ ਵਿੱਚ ਹੀ ਆਇਆ तो मौसम बदल गया वाकई। पर ਬੜੀਆਂ ਥਾਂ ਦੇ ਉੱਤੇ ਮੌਸਮ ਨੇ ਇਹ ਦੱਸ ਦਿੱਤਾ ਕਿ ਹੁਣ ਉਦਾਂ ਦੇ ਮੌਸਮ ਨਹੀਂ ਹੈਗੇ। ਤੁਸੀਂ ਦੇਖੋ ਕਿ ਬੜੀਆਂ ਜਗ੍ਹਾ ਦੇ ਵਿੱਚ ਅਸੀਂ ਜਿੱਥੇ ਨਹੀਂ ਬਹੁਤ ਗਰਮੀ ਪੈਂਦੀ ਹੈ ਨਾ, ਰਾਜਸਥਾਨ ਛੱਤੀਸਗੜ੍ਹ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਉੱਥੇ ਇੱਦਾਂ ਦਾ ਮੌਸਮ ਹੋਇਆ ਕਿ ਉੱਥੇ ਹੜ੍ਹ ਆ ਜਾਂਦੇ ਆ। ਕਲਾਈਮੇਟ ਚੇਂਜ ਦਾ ਬਹੁਤ ਫਰਕ ਹੋ ਗਿਆ। ਕਲਾਈਮੇਟ ਚੇਂਜ ਹੋ ਰਹੀ ਕਿਉਂਕਿ ਅਸੀਂ ਕੁਦਰਤ ਨਾਲ ਬੜੀ ਛੇੜਖਾਨੀ ਕਰ ਰਹੇ ਹਾਂ, ਤੇ ਕਿਤੇ ਨਾ ਕਿਤੇ ਇਹ ਜੋ ਮੱਤੇ ਵਾਲਾ ਜੰਗਲ ਹੈ ਉਹਦੇ ਉੱਤੇ ਜਿਹੜਾ ਪ੍ਰੋਜੈਕਟ ਲੱਗਣਾ ਸੀ, ਉਸ ਪ੍ਰੋਜੈਕਟ ਨੂੰ ਹੁਣ ਮਨਾ ਕਰ ਦਿੱਤਾ ਗਿਆ ਹੈ ਸਰਕਾਰੀ ਤੌਰ ਤੇ। CM ਸਾਹਿਬ ਨੇ ਇਹ ਵੀ ਵਾਤਾਵਰਨ ਨਾਲ ਛੇੜਖਾਨੀ ਸੀ ਔਰ ਕਾਫੀ ਮੁਜ਼ਾਹਰੇ ਹੋਏ, ਇਤਵਾਰ ਨੂੰ ਤਾਂ ਖਾਸ ਕਰਕੇ ਹੋਏ। ਤਾਂ ਉਸ ਤੋਂ ਬਾਅਦ ਜੋ ਕੈਪਟਨ ਸਰਕਾਰ ਨੇ ਗ੍ਰੀਨ ਸਿਗਨਲ ਦਿੱਤਾ ਸੀ ਉਹ ਰੱਦ ਹੋ ਗਿਆ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੋਜੈਕਟ ਦੀ, ਇਹ ਨਹੀਂ ਹੈਗਾ ਕਿ ਪ੍ਰੋਜੈਕਟ ਲੱਗਣਾ ਜ਼ਰੂਰੀ ਸੀ ਕਿ ਨਹੀਂ ਜ਼ਰੂਰੀ ਸੀਗਾ। ਪਿਛਲੇ ਕੁਝ ਸਾਲਾਂ ਦੇ ਵਿੱਚ ਦੇਖ ਲਓ, ਪੰਜਾਬ ਜਿਹੜਾ ਆ ਉਹਦਾ ਜਿਹੜਾ ਜੰਗਲਾਤ ਦਾ ਲੈਵਲ ਆ ਉਹ 0.3% ਰਹਿ ਗਿਆ। ਕਿੱਥੇ ਅਸੀਂ ਗੱਲ ਕਰਦੇ ਸੀ ਕਿ ਇੱਥੇ 80% 70% ਜੰਗਲਾਤ ਰਹਿੰਦਾ ਸੀਗਾ। ਗੱਲ ਸਿਰਫ ਇੰਨੀ ਹੈ ਕਿ ਪੰਜਾਬ ਜਿਹੜਾ ਆ ਉਹ ਦਿਨੋਂ ਦਿਨ, ਅਸੀਂ ਕਹਿੰਦੇ ਹੁੰਦੇ ਨਾ, ਜਦੋਂ ਤੁਸੀਂ ਤਰੱਕੀ ਦੇ ਰਾਹ ਦੇ ਵਿੱਚ ਵੱਧਦੇ ਆ ਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤੁਹਾਨੂੰ ਕੰਕਰੀਟ ਦੇ ਜੰਗਲ ਵੇਖਣ ਨੂੰ ਮਿਲਦੇ ਆ, ਕਿਉਂਕਿ ਰਿਹਾਇਸ਼ ਜ਼ਿਆਦਾ ਕਰਨੀ ਪੈਂਦੀ, ਦੁੱਗਣੀ ਕਰਨੀ ਪੈਂਦੀ ਆ। ਪਰ ਉਹਦੇ ਉਲਟ ਸਸਟੇਨੇਬਲ ਗਰੋਥ ਨੂੰ ਲੈ ਕੇ ਕਦੇ ਵੀ ਕਿਸੇ ਸਰਕਾਰ ਨੇ ਹੱਥ ਨਹੀਂ ਜਮਾਇਆ, ਨਾ ਹੀ ਉਹ ਕੋਈ ਕਦੀ ਕੇਂਦਰ ਸਰਕਾਰ ਨੇ ਤੇ ਨਾ ਹੀ ਕਦੀ ਉਹ ਸਟੇਟ ਸਰਕਾਰ ਨੇ। ਕਿਉਂਕਿ ਮੈਨੂੰ ਲੱਗਦਾ ਕਦੀ ਏਜੰਡੇ ਤੇ ਰਿਹਾ ਹੀ ਨਹੀਂ ਕਿ ਇਨਵਾਇਰਨਮੈਂਟ ਜਾਂ ਵਾਤਾਵਰਨ ਵੀ ਕਦੀ ਏਜੰਡੇ ਤੇ ਹੋਣਾ ਚਾਹੀਦਾ ਇਹਨਾਂ ਸਰਕਾਰਾਂ ਦੇ ਉੱਤੇ। ਬਿਲਕੁਲ ਸਹੀ ਆ, ਕਿਉਂਕਿ ਸਰਕਾਰਾਂ ਸਿਰਫ ਉਹ 'ਚ ਉਲਝਾ ਸਕਦੀਆਂ ਗਲੀਆਂ ਨਾਲੀਆਂ, ਰੋਟੀਆਂ, ਆਟਾ ਦਾਲ ਸਕੀਮ, ਫਲਾਨੇ ਕੱਚੇ ਮੁਲਾਜ਼ਮ ਪੱਕੇ ਕਰਨੇ ਸੀ, 4th ਡਿਗਰੀ, ਉਹ ਜਿਹੜੇ ਕਦੇ ਵੀ ਨਹੀਂ ਹੁੰਦੇ। ਦੇਖੋ ਗੱਲ ਇਹ ਆ, ਵਾਤਾਵਰਨ ਹਾਲਾਂਕਿ ਪ੍ਰਾਇੋਰਟੀ ਤੇ ਰਹਿਣਾ ਚਾਹੀਦਾ ਜਦੋਂ ਵੀ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ, ਕਿਉਂਕਿ ਕਿਹਾ ਜਾਂਦਾ ਕਿ ਜਦੋਂ ਤੁਸੀਂ ਤਰੱਕੀ ਕਰਦੇ ਹੋ ਤਾਂ ਜੰਗਲਾਂ ਦਾ ਨੁਕਸਾਨ ਹੋਣਾ ਲਾਜ਼ਮੀ ਹੁੰਦਾ, ਕਿਉਂਕਿ ਤਰੱਕੀ ਕਿੱਥੇ ਕਰੋਗੇ? ਜੰਗਲਾਂ ਨੂੰ ਕੱਟ ਕੇ ਕਰੋਗੇ। ਜੰਗਲਾਂ ਨੂੰ ਕੱਟ ਕੇ ਹੁਣ ਕਿੱਦਾਂ ਦੀ ਤਰੱਕੀ ਹੈ? ਜਿੱਥੇ ਅਸੀਂ ਸਸਟੇਨੇਬਲ ਗਰੋਥ ਦੀ ਗੱਲ ਕਰਦੇ ਹਾਂ, ਉਸ ਤਰੱਕੀ ਵਿੱਚ ਤੇ ਵਾਤਾਵਰਨ ਨੂੰ ਵਿੱਚ ਕੰਸੀਡਰ ਕੀਤਾ ਜਾਂਦਾ, ਤਾਂ ਹੀ ਹੁਣ ਸਸਟੇਨੇਬਲ ਗਰੋਥ ਕਰਾਂਗੇ। ਕਿਉਂਕਿ ਅਸੀਂ ਸਸਟੇਨ ਕਿਹਦੇ ਸਿਰ ਤੇ ਕਰਾਂਗੇ? ਕੁਦਰਤ ਦੇ ਸਿਰ ਤੇ ਕਰਾਂਗੇ। ਮੈਂ ਉਹੀ ਕਹਿ ਰਿਹਾ ਵੀ ਜਿੰਨਾ ਕੁਦਰਤ ਦਾ ਘਾਣ ਕਰਦੇ ਹਾਂ। ਹੁਣ ਦੇਖੋ ਕੈਪਟਨ ਸਾਹਿਬ ਦਾ ਸਟੇਟਮੈਂਟ ਅਭੀ ਆ ਗਈ ਹੈ ਇਸ ਵਿਸ਼ੇ ਦੇ ਉੱਤੇ। ਉਹ ਕਹਿੰਦੇ ਜੀ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਹੋਣਾ ਸੀ, ਇਹ ਤਾਂ ਉਦਯੋਗੀਕਰਨ ਦਾ ਵਿਕਾਸ ਹੋਣਾ ਸੀ, ਇਹ ਤਾਂ ਬਹੁਤ ਵਧੀਆ ਨੀਤੀ ਸੀ। ਅਸੀਂ ਯੂਨਾਈਟਿਡ ਨੇਸ਼ਨਸ ਦੀਆਂ ਜਿਹੜੀਆਂ ਸਾਰੀਆਂ ਡਾਇਰੈਕਸ਼ਨਸ ਨੇ, ਦਿਸ਼ਾ ਨਿਰਦੇਸ਼ ਨੇ, ਉਹਨਾਂ ਨੂੰ ਧਿਆਨ 'ਚ ਰੱਖ ਕੇ ਸਾਰੀ ਯੋਜਨਾ ਪਾਸ ਕੀਤੀ ਸੀ। ਇਹ ਬਹੁਤ ਮਾੜਾ ਕੀਤਾ ਤੁਸੀਂ ਜਿਹੜਾ ਇਹ ਰੱਦ ਕਰ ਦਿੱਤਾ। ਅੱਛਾ ਚਲੋ, ਇੱਕ ਗੱਲ ਮੰਨ ਲੈਂਦੇ ਹਾਂ ਵੀ ਚਲੋ ਬਹੁਤ ਮਾੜਾ ਹੋ ਗਿਆ, ਰੱਦ ਕਰ ਦਿੱਤਾ, ਪਰ ਆਪਾਂ ਚਲੋ ਮਾਨ ਸਰਕਾਰ ਦੀ ਗੱਲ ਲੈਂਦੇ ਹਾਂ। ਚਲੋ ਇਹ ਤਾਂ ਕੈਪਟਨ ਦੀ ਹੋ ਗਈ, ਕੈਪਟਨ ਸਰਕਾਰ ਦੀ ਗੱਲ ਹੋ ਗਈ, ਉਹ ਰਾਤ ਗਈ ਬਾਤ ਗਈ ਹੈ ਨਾ ਜੀ, ਉਦੋਂ ਲੱਗਿਆ ਨਹੀਂ ਪ੍ਰੋਜੈਕਟ। ਜਿੱਥੇ ਗਈਆਂ ਬੇੜੀਆਂ ਉੱਥੇ ਗਏ ਮਲਾਹ, ਗੱਲ ਹੋ ਗਈ ਖਤਮ ਹੋ ਗਈ। ਹੁਣ ਬੜੀਆਂ ਸਪੀਚਾਂ ਤੁਸੀਂ ਦੇਖਿਆ ਹੋਣਾ, ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ੍ਹ, ਲੋਕੀ ਫੱਟ ਚੱਕ ਕੇ ਸਪੀਚ ਜਿਹੜੀ ਆ ਉਹ ਪਾ ਦਿੰਦੇ ਵੀ ਪਹਿਲਾਂ ਇਹ ਕੀ ਕਹਿੰਦਾ ਸੀਗਾ। ਮਾਨ ਸਾਹਿਬ ਉਸੇ ਹੀ ਮੱਤੇ ਆੜੇ ਨੂੰ ਲੈ ਕੇ ਚੀਕਦੇ ਰੋਂਦੇ ਕੁਰਲਾਉਂਦੇ ਸੀ ਵੀ ਸਾਡੀਆਂ ਪੁਸ਼ਤਾਂ ਨਸਲਾਂ ਨਪੁੰਸਕ ਬਣਾ ਦੇਣੀਆਂ ਇਹਨਾਂ ਨੇ। ਤੁਸੀਂ ਆਪ ਜ਼ੁਮਾ 4 ਮਹੀਨੇ ਹੋਏ, ਤੁਸੀਂ ਉਸੇ ਹੀ ਰਾਹ ਨੂੰ ਕਰ ਲਿਆ, ਉਸੇ ਹੀ ਗੌ ਨੂੰ ਕਰ ਲਿਆ। ਇਹੀ ਤਾਂ ਗੱਲ ਸੋਚਣ ਵਾਲੀ ਉਹੀ ਗੱਲ ਹੈ ਨਾ ਕਿ ਜਦੋਂ ਮੈਂ ਕਹਿੰਦੇ ਸੀ ਪਿੱਛੇ ਸੀਗਾ ਤਾਂ ਉਦੋਂ ਮੈਂ ਕੁਝ ਹੋਰ ਸੀਗਾ, ਜਦੋਂ ਮੈਂ ਮੂਹਰੇ ਆ ਗਿਆ ਤਾਂ ਬਈ ਇਹ ਹੁਣ ਰਾਜਾ ਸਾਹਿਬ ਸਹੀ ਕਹਿੰਦੇ ਆ। ਇਹ ਪ੍ਰਾਇੋਰਟੀ ਕਿੱਦਾਂ ਬਦਲ ਜਾਂਦੀ ਹੈ? ਲੋਕਾਂ ਨੂੰ ਕਿੱਦਾਂ ਲੈ ਕੇ ਬਦਲ ਜਾਂਦੇ ਤੁਸੀਂ? ਇਹ ਅਣਖ ਦਾ ਸਵਾਲ ਨਹੀਂ ਹੈ, ਪੰਜਾਬੀ ਲੋਕਾਂ ਦੀ ਪੁਸ਼ਤਾਂ ਦਾ ਸਵਾਲ ਹੈ। ਮੱਤੇਵਾੜਾ ਨਾ ਕਿ ਜੰਗਲ ਹੈ, ਨਾ ਆਪਾਂ ਕਹਿੰਦੇ ਹਾਂ ਕਿ ਹੁਣ ਤਾਂ ਚੁਣਦੇ ਜੇ ਜੰਗਲ ਬਚੇ ਪੰਜਾਬ ਦੇ ਵਿੱਚ। ਮੱਤੇਵਾੜਾ ਉਹਨਾਂ 'ਚੋਂ ਇੱਕ 4000 ਹੈਕਟੇਅਰ ਦਾ ਇਹ ਜੰਗਲ ਥੋੜ੍ਹਾ ਜਿਹਾ ਹੈਗਾ ਆ। ਪਰ ਜੇ ਕਿਤੇ ਉਹੀ ਗੱਲ ਕਰਦੇ, ਬਥੇਰੀਆਂ ਥਾਂ ਤੇ RT ਪਾਰਕਾਂ ਤੁਸੀਂ ਲਾ ਦੇਣੀਆਂ, ਤੁਸੀਂ ਟੈਕਸਟਾਈਲ ਪਾਰਕਾਂ ਲਾ ਦੇਣੀਆਂ, ਲਾ ਲਓ ਪੂਰਾ ਜਗ੍ਹਾ ਵਿਹਲੀਆਂ ਹੋਈ। ਹਜੇ ਤੱਕ ਦੇਖੋ ਨਾ, ਤੁਸੀਂ ਉਦੋਂ ਗੱਲ ਕਰਦੇ ਸੀ ਕਿ ਬੁੱਢਾ ਦਰਿਆ ਬਣਾ ਦਿੱਤਾ ਇਹਨਾਂ ਨੇ। ਬੁੱਢਾ ਦਰਿਆ ਦੇਖੋ ਕਿੱਦਾਂ ਉਹਦੇ 'ਤੇ ਜਿਹੜਾ ਰੰਗਲਾ ਪਾਣੀ ਆਉਂਦਾ, ਕਲਰਡ ਪਾਣੀ ਜਿਹਨੂੰ ਅਸੀਂ ਕਹਿੰਦੇ ਹਾਂ, ਕੈਮੀਕਲ ਵਾਟਰ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜਾ ਵੱਖਰੀਆਂ ਸ਼ਰਟਸ ਨੂੰ ਵੱਖਰੇ ਰੰਗ, ਵੱਖਰੇ ਥ੍ਰੈਡਸ ਨੂੰ, ਥ੍ਰੈਡ ਨੂੰ ਅਸੀਂ ਰੰਗ ਦਿੰਦੇ ਹਾਂ ਨਾ, ਉਹ ਰੰਗ ਉੱਥੇ ਘੁਲ ਕੇ ਆਉਂਦਾ। ਪਰ ਉਹ ਰੰਗ 'ਚ ਭੰਗ ਪਾਉਣ ਡਿਆ ਨਾ, ਉਹਦੇ ਲਈ ਤਾਂ ਤੁਹਾਡੇ ਕੋਲ ਹਲੇ ਰਾਹ ਨਹੀਂ ਲੱਭ ਹੋਏ। ਤਾਂ ਤੁਸੀਂ ਗੱਲਾਂ ਕਰਦੇ ਕਿ ਅਸੀਂ ਇਹ ਸਸਟੇਨੇਬਲ ਗਰੋਥ ਆ। ਗੱਲ ਇਹ ਹੈ ਨਾ ਕਿ ਹੁਣ ਦੇਖੋ ਚਾਈਨਾ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਵੀ ਜਿਹੜੀ ਫੈਸ਼ਨ ਇੰਡਸਟਰੀ ਹੈ ਉਸ ਦੇ ਕਰਕੇ ਪਾਣੀ ਗੰਦਾ ਹੋ ਰਿਹਾ। ਫੈਸ਼ਨ ਇੰਡਸਟਰੀ ਜਿਹੜੀ ਹੈ ਹਰ ਹਫਤੇ ਫੈਸ਼ਨ ਬਦਲਦਾ, ਤਾਂ ਉਸ ਕਰਕੇ ਬਹੁਤ ਗੰਦਾ ਹੋ ਰਿਹਾ। ਹੋਰ ਵੀ ਕਈ ਕਾਰਨ ਨੇ ਪਾਣੀ ਗੰਦਾ ਹੋ ਰਿਹਾ। ਪਰ ਇਹ ਜੰਗਲ ਕੱਟ ਕੇ ਹੀ ਤੁਸੀਂ ਇਹ ਪ੍ਰੋਜੈਕਟ ਲਗਾਉਣਾ, ਹੋਰ ਜਿਹੜੀਆਂ ਵਿਹਲੀਆਂ ਥਾਵਾਂ ਪਈਆਂ ਨੇ, ਸ਼ਾਮਲਾਲ ਜ਼ਮੀਨਾਂ ਪਈਆਂ ਨੇ, ਜਿਹੜੀਆਂ ਬੰਜਰ ਜ਼ਮੀਨਾਂ ਪਈਆਂ ਨੇ, ਉੱਥੇ ਵੀ ਤਾਂ ਲਾਇਆ ਜਾ ਸਕਦਾ। ਦੇਖੋ ਉਹ ਚਲੋ ਉਹ ਗੱਲ ਵੱਖਰੀ, ਉਹ ਸੂਟੇਬਿਲਿਟੀ ਵੇਖਦੇ ਆ। ਪਰ ਕਿਤੇ ਨਾ ਕਿਤੇ ਮੈਂ ਉਹੀ ਗੱਲ ਕਹਿ ਰਿਹਾ ਵੀ ਤੁਸੀਂ
ਜਦੋਂ ਓਪੋਜੀਸ਼ਨ 'ਚ ਹੁੰਦੇ ਆ ਉਦੋਂ ਸਾਨੂੰ ਲੱਗਦਾ ਤੁਸੀਂ ਸਾਡੇ ਆ, ਵੀ ਸਾਡੀਆਂ ਗੱਲਾਂ ਕਰਦੇ ਆ ਭਾਈ ਤੁਸੀਂ ਓਪੋਜੀਸ਼ਨ 'ਚ ਬੈਠ ਕੇ, ਚਾਹੇ ਉਹ ਆਟਾ ਦਾਲ ਸਕੀਮ ਹੋਵੇ, ਚਾਹੇ ਉਹ ਕੱਚੇ ਮੁਲਾਜ਼ਮ ਪੱਕੇ ਕਰਨੇ ਹੋਣ, ਚਾਹੇ ਉਹ ਪੰਜਾਬ ਦੇ ਮੁੰਡਿਆਂ ਨੂੰ ਗੈਂਗਸਟਰਵਾਦ ਤੋਂ ਰੋਕਣਾ ਹੋਵੇ, ਚਾਹੇ ਉਹ ਮੱਤੇ ਵਾਲਾ ਜੰਗਲ ਹੋਵੇ। ਜੇ ਤੁਸੀਂ ਓਪੋਜੀਸ਼ਨ 'ਚ ਬੈਠੇ ਹੁੰਦੇ ਆ, ਭਗਵੰਤ ਮਾਨ ਸਾਹਿਬ ਦੀ ਮੈਂ ਗੱਲ ਕਰ ਲੈਣਾ, ਉਦੋਂ ਸਾਨੂੰ ਬੜੇ ਤੁਸੀਂ ਪਿਆਰੇ ਲੱਗਦੇ ਆ, ਉਦੋਂ ਤੁਸੀਂ ਸਾਡੀਆਂ ਗੱਲਾਂ ਕਰਦੇ ਆ, ਫਿਰ ਅਸੀਂ ਕਹਿੰਦੇ ਵੀ ਇਹ ਬੰਦਾ ਕੁਝ ਕਰੂਗਾ। ਪਰ ਜਦੋਂ ਕਰਨ ਵਾਲੀ ਥਾਂ ਤੇ ਹੁੰਦਾ ਤੇ ਉਹਦਾ ਸੁਰ ਵੱਖਰਾ ਹੋ ਜਾਂਦਾ ਆ। ਅੱਜ ਤੇ ਫਲਾਨਾ ਕਹਿੰਦੇ ਜੀ ਫਲਾਣੇ ਥਾਂ ਤੋਂ ਆਇਆ, ਯੂਨੈਸਕੋ ਤੋਂ ਕਲੀਅਰੈਂਸ ਆਇਆ, ਜਿੱਥੋਂ ਮਰਜ਼ੀ ਕਲੀਅਰੈਂਸ ਆਇਆ ਹੋਵੇ। ਲੋਕ ਕਿਹੜਾ ਅੰਨੇ ਆ, ਕਹਿੰਦੇ ਨੇ ਬਸ਼ਰਮਾਂ ਦੀ ਡੁੱਲ ਗਈ ਦਾਲ, ਤੇ ਕਹਿੰਦੇ ਜੀ ਅਸੀਂ ਡੋਲ ਖਾਂਦੇ ਹੁੰਦੇ ਆ। ਉਹ ਫਿਰ ਹੁਣ ਕਹਿਣ ਲੱਗ ਪਿਆ ਜੀ ਇਹ ਪ੍ਰੋਜੈਕਟ ਹੀ ਚੰਗਾ ਆ। ਦੇਖੋ, ਜਦੋਂ ਤੁਸੀਂ ਮੇਜ਼ ਦੇ ਇੱਧਰ ਹੋ, ਸਾਡੇ ਨਾਲ ਬੈਠੇ ਹੋਏ ਹੋ, ਉਦੋਂ ਤੁਸੀਂ ਸਾਡੇ ਬੰਦੇ ਹੋ। ਜਦੋਂ ਮੇਜ਼ ਦੇ ਉੱਧਰ ਚਲੇ ਗਏ, ਉਦੋਂ ਸਾਡੇ ਆਮਣੇ ਸਾਹਮਣੇ ਬਹਿ ਕੇ ਸਾਡੇ ਨਾਲ ਤੁਸੀਂ ਡੀਲ ਕਰਨ ਲੱਗ ਪੈਂਦੇ ਹੋ। ਤੇ ਮੇਜ਼ ਦੇ ਉੱਧਰ ਕਿਹਨੇ ਪਹੁੰਚਾਇਆ? ਅਸੀਂ ਪਹੁੰਚਾਇਆ। ਠੀਕ ਹੈ ਨਾ। ਔਰ ਅਸੀਂ ਤੁਹਾਨੂੰ ਇਸ ਕਰਕੇ ਉੱਥੇ ਆਪਣੇ ਸਾਹਮਣੇ ਬਿਠਾਇਆ ਹੈ ਕਿਉਂਕਿ ਅਸੀਂ ਤੁਹਾਨੂੰ ਉੱਥੇ ਕਾਇਮ ਕੀਤਾ। ਅੱਜ ਤੁਸੀਂ ਸਾਡੇ ਨਾਲ ਫਿਰ ਡੀਲ ਕਰਨੀ ਸ਼ੁਰੂ ਕਰਦੇ ਹੋ। ਕਿੰਨਾ ਫਰਕ ਪੈ ਜਾਂਦਾ ਹੈ। ਵਾਤਾਵਰਣ ਤੇ ਵਾਤਾਵਰਣ ਨਹੀਂ ਹੈ, ਜੰਗਲ ਤੇ ਜੰਗਲ ਹੀ ਹੈ। ਇਹ ਥੋੜਾ ਕਿ ਜਦੋਂ ਤੁਸੀਂ ਓਪੋਜੀਸ਼ਨ 'ਚ ਉਦੋਂ ਜੰਗਲ ਹੈ, ਤੇ ਜਦੋਂ ਤੁਸੀਂ ਓਪੋਜੀਸ਼ਨ 'ਚ ਨਹੀਂ ਹੈਗੇ, ਤੁਸੀਂ ਪਾਵਰ 'ਚ ਆ ਗਏ ਹੋ, ਉਸ ਜੰਗਲ ਨੂੰ ਕੱਟ ਦਿਓ। ਵਾਤਾਵਰਣ ਤੇ ਉਹੀ ਰਹੇਗਾ। ਵਾਤਾਵਰਣ ਤਾਂ ਉਹੀ ਰਹੇਗਾ। ਤੁਹਾਡੀ ਆਈਡੀਓਲੋਜੀ, ਤੁਹਾਡੀ ਵਿਚਾਰਧਾਰਾ ਕਿਉਂ ਬਦਲੀ? ਹੁਣ ਅੱਜ ਜੇ ਪ੍ਰੋਜੈਕਟ ਰੱਦ ਹੋਇਆ ਤਾਂ ਲੋਕਾਂ ਦੇ ਪ੍ਰੈਸ਼ਰ ਕਰਕੇ ਆ। ਹੁਣ ਇਹ ਕੈਪਟਨ ਸਾਹਿਬ ਇਕੱਲੇ ਹੀ ਸਿਆਣੇ ਨੇ ਕਿ ਜਿਹੜਾ ਉਹਨਾਂ ਨੇ ਪ੍ਰੋਜੈਕਟ ਲਗਾਇਆ ਤੇ ਉਹੀ ਸਹੀ ਸੀਗਾ, ਬਾਕੀ ਸਾਰੇ ਲੋਕ ਮੂਰਖ ਨੇ। ਜਿਹੜੇ ਉੱਥੇ ਜਾ ਕੇ ਧਰਨੇ ਦੇ ਰਹੇ ਨੇ, ਜਿਹੜੇ ਉੱਥੇ ਜਾ ਕੇ ਇਹਦੀ ਖਿਲਾਫਤ ਕਰ ਰਹੇ ਨੇ, ਉਹ ਸਾਰੇ ਮੂਰਖ ਨੇ। ਜਿਹੜੇ ਵਜ਼ਾਰਤ ਵਿੱਚ ਬੈਠੇ ਹੁੰਦੇ ਨੇ, ਜਿਹੜੇ ਪਾਵਰ 'ਚ ਬੈਠੇ ਹੁੰਦੇ ਨੇ, ਸਿਰਫ ਉਹੀ ਸਿਆਣੇ ਹੁੰਦੇ ਨੇ, ਜਨਤਾ ਮੂਰਖ ਹੁੰਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਜਦੋਂ ਜਨਤਾ ਇਕੱਠੀ ਹੋ ਕੇ ਗੱਲ ਕਰਦੀ ਹੈ, ਉਦੋਂ ਤੁਹਾਨੂੰ ਇਹ ਵਾਪਸ ਲੈਣਾ ਪੈਂਦਾ। ਤੁਸੀਂ ਪਹਿਲਾਂ ਕਿਉਂ ਨਹੀਂ ਸਿਆਣੀ ਗੱਲ ਕਰਦੇ? ਪਹਿਲਾਂ ਕਿਉਂ ਨਹੀਂ ਵਾਪਸ ਲੈ ਲੈਂਦੇ? ਇਹ ਕੋਈ ਮੈਂ ਉਹੀ ਗੱਲ ਕਹਿ ਰਿਹਾ ਵੀ ਪਤਾ ਹੀ ਨਹੀਂ ਲੱਗਦਾ ਸਾਨੂੰ, ਤਾਂ ਰਾਕਟ ਸਾਇੰਸ ਹੀ ਲੱਗਦੀ ਹੈ ਬਈ ਇਹ ਤਾਂ। ਕਿਉਂਕਿ ਤੁਸੀਂ ਜਦੋਂ ਉਧਰਲੇ ਬੰਨੇ ਚਲੇ ਜਾਂਦੇ, ਵਾਕਈ ਤੁਹਾਡੀ ਗੱਲ ਦਰੁਸਤ ਆ ਕਿ ਇਹਨਾਂ ਦੇ ਰੁੱਖ ਹੀ ਬਦਲ ਜਾਂਦੇ, ਰੁੱਖ ਢੰਗ ਸਭ ਕੁਝ ਬਦਲ ਜਾਂਦਾ। ਰਾਘਵ ਚੱਡਾ ਦੀ ਜਿਹੜੀ ਇਹਨਾਂ ਨੇ ਨਵੀਂ ਅਪਾਇੰਟਮੈਂਟ ਕੀਤੀ ਆ, ਉਹਦੇ ਲਈ ਇਹਨਾਂ ਦੀ ਬੜੀ ਤੋਏ ਹੋ ਰਹੀ ਆ। ਬਿਲਕੁਲ ਹੋ ਰਹੀ ਆ। ਕਿਤੇ ਨਾ ਕਿਤੇ ਇਦਾਂ ਲੱਗਦਾ, ਕਿਉਂਕਿ ਆਪਾਂ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਹੱਕ ਕਹਿੰਦੇ ਵੀ ਦਿੱਲੀ ਵਾਲਿਆਂ ਦੇ ਝੋਲੀ ਪਾਈ ਜਾਂਦੇ ਆ। ਰਾਘਵ ਚੱਡਾ ਜਿਹੜਾ ਇੱਕ ਉੱਥੇ ਦਾ ਵਿਧਾਇਕ ਆ ਦਿੱਲੀ ਦਾ, ਪਹਿਲੀ ਗੱਲ ਤੇ ਉਹਨੂੰ ਇੱਥੇ ਤੁਸੀਂ ਇੱਕ ਚੀਜ਼ ਦੇਣੀ, ਸਾਡੇ ਮੁੰਡੇ ਮਰ ਗਏ, ਸਾਡੇ ਕੁੜੀਆਂ ਕਿੱਥੇ ਚਲੇ ਗਏ, ਸਾਡੇ ਮੁੰਡੇ ਕੁੜੀਆਂ ਹੈਗੇ, ਸਾਡੇ ਸਕਾਲਰ ਹੈਗੇ ਆ, ਬੜੇ ਬ੍ਰਿਲੀਅੰਟ ਮਾਈਂਡ ਹੈਗੇ ਸਾਡੇ, ਉਹ ਕਿਤੇ ਰਾਜ ਸਭਾ 'ਚ ਬਹਿ ਕੇ ਸਾਡੀ ਗੱਲ ਨਹੀਂ ਕਰਦੇ। ਰਾਘਵ ਚੱਡਾ ਸਾਡੀ ਕਿੰਨੀ ਕੁ ਗੱਲ ਕਰਦਾ, ਉਹਨੂੰ ਕਿੰਨਾ ਕੁ ਪਤਾ ਪੰਜਾਬ। ਅੱਛਾ, ਫਿਰ ਉੱਥੇ ਦਿੱਤਾ ਹੀ ਆ। ਕਹਿੰਦੇ ਨੇ ਵੀ ਉਹਨੇ ਨਾਲ ਨਹੀਂ ਸਰਿਆ ਤੇ ਇੱਕ ਸੂਟ ਹੋਰ ਲੈ ਲਾ। ਇੱਕ ਹੁਣ ਹੋਰ ਚੀਜ਼ ਤੁਸੀਂ ਦੇ ਦਿੱਤੀ ਆ, ਉਹ ਚੇਅਰਮੈਨ ਬਣਾਇਆ ਤੇ ਉਹਦਾ ਮੈਨੇਜਰ ਉਹਨੂੰ ਚੇਅਰਮੈਨ ਉਹਨੂੰ ਲਾ ਦਿੱਤਾ। ਜਿਹੜੀ ਸਲਾਹਕਾਰ ਕਮੇਟੀ ਉਹਦਾ ਚੇਅਰਮੈਨ ਲਾਤਾ ਤੁਸੀਂ ਜੀ। ਉਹ ਗੱਲ ਇਹੀ ਆ ਕਿ ਬਸ ਮੋੜ ਘੇੜ ਕੇ ਉਹਨੂੰ ਕੈਬਨਿਟ ਮਿਨਿਸਟਰੀ ਵਾਲੇ ਸੁੱਖ ਸਵਾਦ ਦੇ ਦੇਣੇ ਆ ਵੀ ਐਦਾਂ ਨਾ ਲੱਗੇ ਵੀ ਇਹ ਕਿਤੇ ਥੁੜ ਜਵੇ, ਹੈ ਨਾ। ਪੰਜਾਬ ਵੀ ਤੁਸੀਂ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਉਹਨੂੰ ਬਣਾਉਣਾ ਆ, ਉਹਨੂੰ ਸੁੱਖ ਸਹਾਲੇ ਵੀ ਤੁਸੀਂ ਸਾਰੇ ਇੱਥੇ ਦੇ ਦੇਣੇ ਆ। ਹੁਣ ਸਾਨੂੰ ਨਹੀਂ ਪਤਾ ਹੈਗਾ ਵੀ ਚੇਅਰਮੈਨ ਦੇ ਕੋਲ ਕਿੰਨੀਆਂ ਸਹੂਲਤਾਂ ਹੁੰਦੀਆਂ। ਅੱਛਾ, ਇਹ ਬੰਦਾ ਕਹਿੰਦੇ ਉਹ ਹੋਊਗਾ ਜਿਹੜਾ ਡਾਇਰੈਕਟ ਸੀਐਮ ਦੇ ਨਾਲ ਗੱਲ ਕਰ ਸਕਦਾ, ਉਹਨੂੰ ਸਲਾਹ ਦੇ ਸਕਦਾ। ਬਈ ਇਹ ਤਾਂ ਪਹਿਲਾਂ ਵੀ ਦੇ ਸਕਦਾ ਸੀ। ਬਸ ਇਹ ਹੈ ਕਿ ਇਹ ਪਬਲਿਕਲੀ ਕਰਨ ਨੂੰ ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਕਿ ਇਹ ਜਦੋਂ ਇਹੀ ਉਰੇ ਓਪੋਜੀਸ਼ਨ 'ਚ ਬੈਠੇ ਸੀ ਤਾਂ ਕਹਿੰਦੇ ਸੀ ਫਲਾਨਾ ਖਰਚਾ ਵਾਧੂ ਪਾਤਾ, ਫਲਾਨਾ ਖਰਚਾ ਵਾਧੂ ਪਾਤਾ। 92 ਐਮਐਲਏ ਆ ਜੀ ਇਹਨਾਂ ਦੇ ਕੋਲ ਜੀ। 92 ਐਮਐਲਏਆਂ ਦੇ ਥੱਲੇ ਤੁਸੀਂ ਦੇਖੋ 5 ਪਹਿਲਾਂ ਨਿਯੁਕਤੀਆਂ, ਪਹਿਲਾਂ 10 ਹੋਏ ਸੀਗੇ, ਹੁਣ 5 ਹੋ ਗਏ ਸੀਐਮ ਸਣੇ। ਮਤਲਬ ਆਪਾਂ ਲੈ ਲਈਏ ਵੀ ਇਹਨਾਂ ਕੋਲੇ ਤਕਰੀਬਨ 15 ਬੰਦਿਆਂ ਦੀ ਵਜ਼ਾਰਤ, 16 ਬੰਦਿਆਂ ਦੀ ਵਜ਼ਾਰਤ ਆ, ਕੈਬਨਿਟ ਮਿਨਿਸਟਰੀ ਆ। ਉਹਨਾਂ 16 ਬੰਦਿਆਂ ਦੇ ਤੁਸੀਂ ਦੇਖ ਲਓ 2-2 3-3 ਥੱਲੇ ਵਧੀਆ ਆਈਐਸ ਆਫੀਸਰ ਕੰਮ ਕਰਦੇ ਆ, ਜ਼ਿਆਦਾ ਵੀ ਹੋ ਸਕਦੇ, ਕਿਸੇ ਹੋਮ ਮਿਨਿਸਟਰੀ ਕੋਲ ਜ਼ਿਆਦਾ ਹੋ ਸਕਦੇ ਆ। ਉਹਨਾਂ ਦੇ ਦਿਮਾਗ ਨਹੀਂ ਹੈਗੇ, ਉਹ 92 ਦੇ ਕੋਲ ਦਿਮਾਗ ਨਹੀਂ ਹੈਗੇ। ਤੁਹਾਨੂੰ ਇਹ ਸਲਾਹਕਾਰ ਕਮੇਟੀ ਵੱਖਰੀ ਚਾਹੀਦੀ ਆ ਤੇ ਇਹਦਾ ਚੇਅਰਮੈਨ ਤੁਸੀਂ ਉਹ ਲਾਲਾ ਜਿਹਾ ਵੱਖਰਾ ਬਣਾਤਾ। ਇਹ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬੀ ਲੋਕਾਂ ਦੇ ਨਾਲ ਮਿੱਟੀ ਘੱਟਾ ਪਾਇਆ। ਹਾਲਾਂਕਿ ਜਗਮੋਹਨ ਸਿੰਘ ਭੱਟੀ ਲਾਇਰ ਨੇ ਜਦੋਂ ਮਜੀਠੀਆ ਸਾਹਿਬ ਦੇ ਉੱਤੇ ਉਹ ਕੀਤੀ ਸੀਗੀ ਕਾਂਗਰਸ ਵਾਲਿਆਂ ਨੇ, ਕੀ ਉਹਨੂੰ ਕਹਿੰਦੇ ਹੁੰਦੇ ਆ FIR, ਉਦੋਂ ਵੀ ਉਹਨਾਂ ਨੇ ਵਾਹਵਾ ਰੌਲਾ ਪਾਇਆ ਸੀ। ਕਹਿੰਦੇ ਜੀ FIR ਸਿਰਫ ਤੇ ਸਿਰਫ ਲੋਕਾਂ ਨੂੰ ਦਿਖਾਵੇ ਲਈ ਕੀਤੀ ਆ, ਇਹ FIR ਦਾ ਕੋਈ ਮਤਲਬ ਨਹੀਂ ਹੈਗਾ। ਦੇਖੋ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਤਾਂ ਪਾਈ ਆ ਔਰ 2-3 ਦਿਨਾਂ ਦੇ ਵਿੱਚ ਇਹਦੀ ਸੁਣਵਾਈ ਵੀ ਹੋਣੀ ਆ। ਦੇਖੋ, ਊਂਠ ਕਿਸ ਕਰਵਟ ਬੈਠਦਾ, ਜਿੱਦਾਂ ਆਪਾਂ ਆਖਰ ਇੱਕ ਮੁਹਾਵਰਾ ਇਸਤੇਮਾਲ ਕਰਦੇ ਹਾਂ। ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਨਾ, ਇਹ ਸਥਿਤੀ ਕੋਈ ਵਧੀਆ ਸਥਿਤੀ ਨਹੀਂ ਆ। ਪੰਜਾਬ ਦਾ ਇੰਟੈਲੀਜੈਂਸੀਆ ਹੈ, ਉਹਨੂੰ ਛੱਡ ਕੇ ਤੁਸੀਂ ਬਾਹਰੋਂ ਬੰਦੇ ਲਿਆ ਕੇ ਸਾਡੇ ਸਿਰ ਤੇ ਬਿਠਾਈ ਜਾਂਦੇ ਹੋ। ਉਹਦਾ ਕਾਰਨ ਕੀ ਹੈ? ਅੱਜ ਤੱਕ ਪੰਜਾਬ ਨਹੀਂ ਚੱਲਿਆ, ਪੰਜਾਬ ਚੱਲਦਾ ਰਿਹਾ। ਜੇ ਤੁਸੀਂ ਸਲਾਹਕਾਰ ਕਮੇਟੀ ਬਣਾਉਣੀ ਹੈ, ਪੰਜਾਬ ਦੇ ਲੋਕਾਂ ਨੂੰ ਲੈ ਕੇ ਬਣਾਓ। ਪੰਜਾਬ ਦੇ ਲੋਕਾਂ ਨੂੰ ਜੀ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ, ਉਹ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਨੂੰ ਸੂਟ ਨਹੀਂ ਕਰਦੇ। ਉਹਨਾਂ ਨੇ ਅੱਜ ਤੱਕ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ, ਜਿਹੜੇ 5 ਬੰਦੇ ਪਹਿਲਾਂ ਭੇਜੇ ਸੀ। ਤੇ ਹੁਣ ਤੁਸੀਂ ਇੱਕ ਨਵੀਂ ਕਮੇਟੀ ਬਣਾ ਕੇ ਮਾਨਯੋਗ ਰਾਘਵ ਚੱਡਾ ਜੀ ਨੂੰ ਦਾ ਚੇਅਰਮੈਨ ਬਣਾ ਕੇ ਤੁਸੀਂ ਉਹਦੇ ਸਾਰੇ ਪਾਵਰਸ ਉਹਨਾਂ ਨੂੰ ਦੇ ਕੇ ਤੁਸੀਂ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸ਼ੈਡੋ
ਸੀਐਮ ਬਣਾ ਕੇ ਪੇਸ਼ ਕਰਨ ਲੱਗੇ ਹੋ ਸਾਡੇ ਸਾਹਮਣੇ। ਇੱਕ ਸ਼ੈਡੋ ਸੀਐਮ ਹੋਏਗਾ। ਸ਼ੈਡੋ ਸੀਐਮ ਹੀ ਆ ਤੁਸੀਂ, ਮੈਨੂੰ ਤਾਂ ਲੱਗਦਾ ਵੀ ਉਹ ਕਹਿੰਦੇ ਨੇ ਵੀ ਕਹਿੰਦੇ ਕੰਨ ਇੱਧਰ ਦੀ ਫੜ ਲਓ ਜਾਂ ਕੰਨ ਉੱਧਰ ਦੀ ਫੜ ਲਓ, ਗੱਲ ਸੇਮ ਹੀ ਆ। ਦੇਖੋ ਨਾ, ਮਾਨ ਸਾਹਿਬ ਕਿੱਥੇ ਰਹਿਣਗੇ? ਮਾਨ ਸਾਹਿਬ ਸਿਰਫ ਅੱਗੇ ਵਿਖਾਈ ਦੇਣਗੇ, ਪਿੱਛੋਂ ਕੰਟਰੋਲ ਰਾਘਵ ਚੱਡਾ ਕਰਨਗੇ ਸਾਰੀ ਕਾਂਗਰਸ ਦੀ ਇਹ ਜਿਹੜੀ ਸਿਆਸਤ ਹੈ, ਵਜ਼ਾਰਤ ਹੈ ਉਹਨੂੰ। ਮਤਲਬ ਇਹ ਆ ਕਿ ਇਹ ਹੋ ਕੀ ਰਿਹਾ? ਅਸੀਂ ਸਾਹਮਣੇ ਬੈਠੇ ਹਾਂ, ਸਾਰੇ ਪਬਲਿਕ ਦੇ ਲੋਕ ਅਸੀਂ ਦੇਖ ਰਹੇ ਹਾਂ ਇਹ ਹੋ ਰਿਹਾ। ਅਸੀਂ ਬੇਬਸ ਹਾਂ, ਅਸੀਂ ਕੁਝ ਨਹੀਂ ਕਰ ਸਕਦੇ। ਨਹੀਂ, ਅਸੀਂ ਕਰ ਨਹੀਂ ਸਕਦੇ। ਅਸੀਂ ਜਵਾਬ ਫਿਰ 5 ਸਾਲਾਂ ਬਾਅਦ ਹੀ ਦਿੰਦੇ ਜੇ ਸਾਨੂੰ ਕੋਈ ਨਤੀਜਾ ਨਾ ਹੁੰਦੇ ਨੇ। ਪਰ ਉਹੀ ਗੱਲ ਹੈ ਨਾ ਕਿ ਇਨ ਬਿਟਵੀਨ ਜੇ ਗੱਲਾਂ ਨਾ ਮੰਨੀਆਂ ਜਾਣ ਤਾਂ ਫਿਰ ਅਸੀਂ ਹੋਰ ਵੀ ਹਥਿਆਰ ਚੱਕ ਲੈਂਦੇ ਹਾਂ। ਆ ਮੱਤੇਵਾੜਾ ਲਈ ਚੱਕੇ ਹੀ ਆ। ਬਿਲਕੁਲ ਹੈ, ਕਿਸਾਨ ਅੰਦੋਲਨ ਵੀ ਹੋਇਆ, ਕਿਸਾਨ ਅੰਦੋਲਨ ਹੋਇਆ। ਸੋ ਇਹ ਨਹੀਂ ਹੈਗਾ ਕਿ ਅਸੀਂ ਬੇਚਾਰ ਤੇ ਲਾਚਾਰ ਵਾਂ। ਅਸੀਂ ਸਾਡੇ ਕਹਿੰਦੇ ਹੁੰਦੇ ਨੇ ਜਨਤਾ ਮਾਲਕ ਆ ਜੀ। ਜਨਤਾ ਨੇ ਜਦੋਂ ਸੋਚ ਲਿਆ ਨਾ ਕੁਝ ਕਰਨਾ ਤਾਂ ਜਨਤਾ ਕਰਕੇ ਹਟਦੀ ਆ। ਔਰ ਚੰਗੇ ਚੀਜ਼ ਲਈ ਮੈਨੂੰ ਲੱਗਦਾ ਖੜਨਾ ਪੰਜਾਬੀ ਹਮੇਸ਼ਾ ਜਾਣਦੇ ਆ। ਉਹ ਤਾਂ ਇਹ ਗੱਲ ਹੁੰਦੇ ਵੀ ਕਹਿੰਦੇ ਨਾ ਵੀ ਹੌਲੀ ਹੌਲੀ ਨੱਚ ਪਟਿਆਲਾ ਨੇੜੇ ਹੀ ਆ। ਉਹ ਦੇਖਦੇ ਆ ਵੀ ਸਰਕਾਰ ਕਿੱਦਾਂ ਆ, ਵੀ ਦੇਖ ਲੈਂਦੇ ਆ ਪਹਿਲਾਂ ਇਹਨੂੰ, ਫਿਰ ਨਹੀਂ ਤਾਂ ਸਾਡੇ ਵਾਲਾ ਤਾਂ ਹਥਿਆਰ ਹੈਗਾ ਹੀ ਆ ਨਾ। ਖੈਰਾ ਸਾਹਿਬ, ਕੁਝ ਲੋਕ ਨਾ ਇਸ ਗੱਲ ਨਾਲ ਵੀ ਜੋੜ ਲਏ ਨੇ ਕਿ ਸ਼ਾਇਦ ਰਾਘਵ ਚੱਡਾ ਕੋਈ ਰਿਸ਼ਤੇਦਾਰੀ ਹੋਏਗੀ ਉਹਨਾਂ ਦੀ ਕੇਜਰੀਵਾਲ ਸਾਹਿਬ ਦੇ ਨਾਲ। ਉਹ ਇੱਕ ਪ੍ਰਾਈਵੇਟ ਮੈਟਰ, ਉਹ ਪ੍ਰਾਈਵੇਟ ਮੈਟਰ ਆਪਾਂ ਕਦੇ ਨਹੀਂ ਉੱਤੇ ਡਿਸਕਲੋਜ਼ ਕੀਤਾ। ਸਾਡੇ ਵੱਲੋਂ ਮਾਮੇ ਦਾ ਪੁੱਤ ਹੋਵੇ, ਫਲਾਣੇ ਦਾ ਪੁੱਤ ਹੋਵੇ, ਟਮਕਾਣੇ ਦਾ ਪੁੱਤ ਹੋਵੇ, ਸਾਡੇ ਵੱਲੋਂ ਜਿਹਦਾ ਮਰਜ਼ੀ ਹੋਵੇ। ਸਾਡੇ ਪੰਜਾਬ ਦੀ ਜਦੋਂ ਗੱਲ ਆਉਂਦੀ ਆ, ਦੇਖੋ ਦਿੱਲੀ 'ਚ ਤੁਹਾਡੇ ਕੋਲ ਵਿਧਾਇਕੀ ਹੈਗੀ ਆ, ਫਿਰ ਤੁਸੀਂ ਕਿਉਂ ਇਹਨੂੰ ਲੋਲੇ-ਪੋਪੇ ਕਰਦੇ ਫਿਰਦੇ ਆ? ਬਿਲਕੁਲ ਸਹੀ ਗੱਲ ਆ। ਔਰ ਦੂਜੀ ਗੱਲ ਇਹ ਹੈ, ਜੇ ਇਹ ਜਿੱਦਾਂ ਕਈ ਮਾਹਿਰ ਕਹਿੰਦੇ ਨੇ ਕਿ ਰਿਸ਼ਤੇਦਾਰੀ ਹੋ ਸਕਦੀ ਹੈ, ਉਹ ਇੱਕ ਪ੍ਰਾਈਵੇਟ ਮੈਟਰ, ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਇਸ ਗੱਲ ਨੂੰ। ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਇਸ ਪੁਆਇੰਟ ਆਫ ਵਿਊ ਨਾਲ ਵੀ ਦੇਖੋ, ਅਸੀਂ ਤਾਂ ਪਹਿਲਾਂ ਹੀ ਇਸ ਗੱਲ ਦੇ ਖਿਲਾਫ ਜਾਂਦੇ ਹਾਂ ਕਿ ਕਿਸੇ ਵੀ ਪਾਰਟੀ ਦੇ ਵਿੱਚ ਰਿਸ਼ਤੇਦਾਰੀਆਂ, ਭਾਈ ਭਤੀਜਾਵਾਦ, ਇਹ ਸਭ ਨਹੀਂ ਹੋਣਾ ਚਾਹੀਦਾ। ਇੱਕ ਲੋਕਤੰਤਰਿਕ ਮਾਮਲਾ ਹੈ ਤਾਂ ਲੋਕਤੰਤਰ ਦੇ ਮੁਤਾਬਿਕ ਹੀ ਚੱਲਣਾ ਚਾਹੀਦਾ ਹੈ। ਪਰ ਜੇ ਮਾਹਿਰ ਮੰਨਦੇ ਨੇ, ਅਸੀਂ ਉਸ ਗੱਲ 'ਚ ਨਹੀਂ ਆਵਾਂਗੇ, ਅਸੀਂ ਉਸ ਗੱਲ ਤੋਂ ਬਾਹਰ ਹੀ ਰਵਾਂਗੇ ਕਿ ਸੰਵਿਧਾਨਿਕ ਤੌਰ ਤੇ ਇਹ ਚੀਜ਼ ਠੀਕ ਹੈ, ਜਿਵੇਂ ਕਿ ਚੈਲੰਜ ਕੀਤਾ ਹੈ ਹਾਈ ਕੋਰਟ ਦੇ ਵਿੱਚ ਐਡਵੋਕੇਟ ਸਾਹਿਬ ਨੇ ਕਿ ਇਹ ਸੰਵਿਧਾਨਿਕ ਤੌਰ ਤੇ ਵੀ ਠੀਕ ਨਹੀਂ ਹੈ। ਨੋਟੀਫਿਕੇਸ਼ਨ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਹੈ। ਸੋ ਇਹ ਗੱਲ ਵੀ ਦੇਖੀ ਜਾਵੇ ਔਰ ਨੈਤਿਕ ਤੌਰ ਤੇ ਵੀ ਦੇਖਿਆ ਜਾਵੇ ਤਾਂ ਇਹ ਕੋਈ ਬੜਾ ਵਧੀਆ ਡਿਸੀਜਨ ਨਹੀਂ ਹੈ। ਉਹ ਕਹਿੰਦੇ ਹੁੰਦੇ ਨਾ ਵੀ ਅੰਨਾ ਵੰਡੇ ਰੇੜੀਆਂ ਤੇ ਮੁੜ ਆਪਣਿਆਂ ਨੂੰ ਹੀ। ਉਹ ਹੁਣ ਇਹ ਗੱਲ ਕਿ ਰਾਘਵ ਚੱਡਾ ਨੂੰ ਸਭ ਕੁਝ ਦੇਈ ਜਾਂਦੇ, ਕਦੇ ਫਲਾਨਾ ਬਣਾ ਲਓ, ਕਦੇ ਟਮਕਾਨਾ ਬਣਾ ਲਓ, ਕਦੀ ਇਹਨੂੰ ਆਹ ਬਣਾ ਲਓ। ਇੱਦਾਂ ਵੀ ਨਹੀਂ ਚਾਹੀਦਾ ਸੰਜੀਵ ਜੀ। ਦੇਖੋ, ਚਾਹੇ ਦੋ ਅਹੁਦੇ ਹੋਣ, ਪਰ ਪੰਜਾਬ ਦਾ ਤੁਸੀਂ ਹੱਕ ਮਾਰਦੇ ਆ, ਪੰਜਾਬੀਅਤ ਦਾ ਹੱਕ ਮਾਰਿਆ ਤਾਂ ਇਹਦੇ ਨਾਲ ਨਹੀਂ। ਰੀਜ਼ਨ ਕੀ ਆ? ਰਾਘਵ ਚੱਡਾ, ਵਾਈ ਰਾਘਵ ਚੱਡਾ? ਕੀ ਰੀਜ਼ਨ ਹੈ ਇਹਦਾ? ਕਿਹਾ ਜਾਂਦਾ ਕਿ ਜੀ ਇਕਨੋਮਿਕਲੀ ਬੜਾ ਉਹ ਸਾਊਂਡ ਮਾਈਂਡ ਰੱਖਦੇ ਨੇ, ਬੜੀ ਸਟ੍ਰੈਟਜੀ ਰੱਖਦੇ ਨੇ, ਇਕਨੋਮਿਕਲੀ ਉਹ ਬਹੁਤ ਸਿਆਣੇ ਨੇ। ਤਾਂ ਸਾਡੇ ਇੱਥੇ ਇਕਨੋਮਿਸਟ ਨਹੀਂ ਬੈਠੇ ਹੋਏ ਪੰਜਾਬ ਦੇ ਵਿੱਚ? ਕਿੰਨੇ ਕਿੰਨੇ ਅਨੁਭਵੀ ਲੋਕ ਬੈਠੇ। ਵਾਕਈ ਮੈਂ ਉਹ ਗੱਲ ਕਹਿੰਦਾ ਵੀ ਇੱਥੇ ਦੇ ਲੋਕ ਕਿਤੇ ਹੈ ਨਹੀਂ ਇਹਨਾਂ ਕੋਲ ਅਨੁਭਵ। ਮਤਲਬ ਬਾਹਰੋਂ ਬੰਦਾ ਲਿਆ ਕੇ ਪੰਜਾਬ ਦੇ ਸਿਰ ਤੇ ਬਿਠਾਓ ਤੇ ਪੰਜਾਬ ਦਾ ਇੰਟੈਲੀਜੈਂਸੀਆ, ਪੰਜਾਬ ਦੇ ਥਿੰਕ ਟੈਂਕ, ਉਹ ਕਿੱਥੇ ਚਲੇ ਜਾਂਦੇ ਨੇ? ਇਹ ਗੱਲ ਵਿਚਾਰ ਕਰਨ ਵਾਲੀ ਹੈ। ਇਹਦੇ ਪਿੱਛੇ ਕੀ ਗੇਮ ਹੈ, ਕੀ ਗੇਮ ਚੱਲਣੀ ਹੈ, ਕੀ ਕੁਝ ਹੋਣਾ? ਇਹ ਕੁਝ ਘਟਨਾਵਾਂ ਐਸੀਆਂ ਹੋਣ ਵਾਲੀਆਂ ਨੇ ਜੋ ਸ਼ਾਇਦ, ਜੋ ਮਾਹਿਰ ਕਹਿੰਦੇ ਨੇ ਕਿ ਸ਼ਾਇਦ ਉਹ ਪੰਜਾਬ ਦੇ ਵਾਸਤੇ ਸਹੀ ਨਹੀਂ ਹੋਣਗੀਆਂ। ਇਦਾਂ ਮੰਨਿਆ ਜਾ ਰਿਹਾ ਇਸ ਵਕਤ ਜੋ। ਚਲੋ ਉਹ ਸਮਾਂ ਦੇਖੇਗਾ, ਪਰ ਇਹ ਜਿਹੜੇ ਡਿਸੀਜਨ ਨੇ ਇਹ ਬਿਲਕੁਲ ਹੀ ਸਹੀ ਨਹੀਂ ਗੇ। ਅੱਜ ਆਪਾਂ ਬੁੱਢਾ ਦਰਿਆ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਯਾਦ ਆ ਗਿਆ, ਆਪਾਂ ਉਹ ਵੀ ਗੱਲ ਕਰ ਹੀ ਲਈਏ। ਜੀ। ਪਰਿਆਵਰਨ ਮੰਤਰੀ ਤੇ ਐਜੂਕੇਸ਼ਨ ਮਿਨਿਸਟਰੀ ਜਿਨ੍ਹਾਂ ਦੇ ਕੋਲ ਆ, ਮੀਤ ਹੇਅਰ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਹੈ ਨਾ ਬਲਸੰਤ ਬਲਬੀਰ ਸਿੰਘ ਸੀਚੇਵਾਲ ਜੀ, ਦੋਨੇ ਬੁੱਢਾ ਦਰਿਆ ਵੇਖਣ ਗਏ ਆ ਜੀ। ਮੈਂ ਕਿਹਾ ਵੇਖ ਲਓ ਜਿੰਨਾ ਵੇਖਣਾ, ਪਰ ਇਹਨੂੰ ਦੇਖਣ ਦੇ ਨਾਲ ਕੁਝ ਨਹੀਂ ਹੋਣਾ। ਇਹ ਜਦੋਂ ਤੁਸੀਂ ਸਾਫ਼ ਕਰ ਦੋਗੇ, ਜਿਵੇਂ ਕਹਿੰਦੇ ਹੁੰਦੇ ਨਾ ਕਿ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ, ਜੋ ਤੁਸੀਂ ਐਂਡ ਰਿਜ਼ਲਟ ਦਿਓਗੇ ਨਾ ਉਦੋਂ ਹੀ ਮਤਲਬ ਹੁੰਦਾ। ਚਾਹੇ ਤੁਸੀਂ ਗੱਲਾਂ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਪਹਾੜ ਚੋੜੀ ਜਾਓ, ਡਿਲੀਵਰ ਕੀ ਕੀਤਾ ਐਟ ਦਾ ਐਂਡ ਲੋਕਾਂ ਨੇ ਉਹੀ ਵੇਖਣਾ ਹੈ। ਬਿਲਕੁਲ ਜੀ, ਹੈ ਨਾ। ਤੁਸੀਂ ਹੁਣ ਪਰਿਆਵਰਨ ਦੀ ਗੱਲ ਚੱਲਦੀ ਆ ਤਾਂ ਤੁਸੀਂ ਆ ਕੇ ਉੱਥੇ ਸੋਸ਼ਾ ਕਰ ਲਿਆ ਪਬਲਿਸਿਟੀ ਦੇ ਲਈ। ਮੈਂ ਤਾਂ ਇਹਨੂੰ ਸੋਸ਼ਾ ਹੀ ਕਹਿਣਾ ਹੁੰਦਾ ਵੀ ਜਦ ਤੱਕ ਤੁਸੀਂ ਡਿਲੀਵਰ ਨਹੀਂ ਕਰਨਾ ਉਦੋਂ ਤੱਕ ਇਹ ਸੋਸ਼ਾ ਹੀ ਰਹਿੰਦਾ ਹੈ ਨਾ। ਹੁਣ ਅਸੀਂ ਗੰਗਾ ਯੋਜਨਾ ਦੀ ਗੱਲ ਲਈ, ਅਸੀਂ ਬਜਟ ਦੇ ਦਿੱਤਾ ਸੀ, ਗਵਰਨਮੈਂਟ ਨੇ ਕਹਿੰਦੇ ਜੀ ਅਸੀਂ ਇੰਨੇ ਫਲਾਣੇ ਦਾ ਬਜਟ ਦਿੱਤਾ ਆ। ਪ੍ਰਗਿਆ ਸਾਧ ਵੀ ਅਸੀਂ ਉਹਦੀ ਇੰਚਾਰਜ ਬਣਾ ਦਿੱਤੀ ਆ, ਉਮਾ ਭਾਰਤੀ ਇੰਚਾਰਜ ਬਣਾਈਆਂ। ਉਹ ਤੇਲੀ ਦਾ ਉਹ ਜਿਹੜਾ ਕਹਿੰਦੇ ਹੁੰਦੇ ਆ ਕਿ 2 ਮੀਲ ਦਾ ਪੈਦਾ ਤੇ ਉੱਥੇ ਦਾ ਉੱਥੇ ਹੀ। ਉਹ ਗੱਲ ਇਹ ਆ ਕਿ ਗੱਲਾਂ ਜਿੱਥੀਆਂ ਮਰਜ਼ੀ ਤੁਸੀਂ ਕਰ ਲਓ, ਜੇ ਤੁਸੀਂ ਉੱਥੇ ਦੇ ਉੱਥੇ ਖੜੇ ਆ ਨਾ ਤਾਂ ਫਿਰ ਸਾਨੂੰ ਰਿਜ਼ਲਟ ਡਿਲੀਵਰ ਹੁੰਦੇ ਦਿਖਦੇ ਨਹੀਂ ਗਏ। ਇੱਕ ਗੱਲ ਹੋਰ ਦੱਸੋ, ਜਿਹੜਾ ਹੁਣੇ ਪ੍ਰੋਜੈਕਟ ਡ੍ਰੌਪ ਹੋਇਆ ਮੱਤੇਵਾੜਾ ਜੰਗਲ ਦਾ, ਉਹਦੇ ਬਾਰੇ ਸੀਚੇਵਾਲ ਸਾਹਿਬ ਦੀ ਕੋਈ ਸਟੇਟਮੈਂਟ ਆਈ ਹੈ? ਦੇਖੋ, ਜਦੋਂ ਤੁਹਾਨੂੰ ਪੋਲੀਟੀਕਲੀ ਬਹੁਤ ਸਾਰੀਆਂ ਫਾਇਦੇ ਮਿਲਦੇ ਹੋਣ ਨਾ, ਉਦੋਂ ਕਹਿਣਾ ਵੀ ਬਹੁਤ ਔਖਾ ਹੁੰਦਾ। ਜਾਂ ਕਹਿ ਲਓ ਕਿ ਤੁਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਹੋਵੋ, ਫਿਰ ਸਰਕਾਰ ਕਿਤੇ ਨਾ ਕਿਤੇ ਦਬਾਅ ਵੀ ਕਰ ਦਿੰਦੀ ਆ। ਪਿੱਛੇ ਜੇ ਉਹਨਾਂ ਦੀ ਸਟੇਟਮੈਂਟ ਆਉਂਦੀ ਸੀ ਕਿ ਜਦੋਂ ਪਾਣੀ ਗੰਦਲਾ ਹੋ ਗਿਆ, ਫਿਰ ਦੁਬਾਰਾ ਆਕਸੀਜਨ ਘਟ ਗਈ ਆ ਉਸੇ ਦਰਿਆ ਕਾਲੀ ਬਾਈ ਦੇ ਵਿੱਚ, ਉਹਨਾਂ ਨੇ ਕਿਹਾ, ਕਹਿੰਦੇ ਜੀ ਮੈਂ ਤਾਂ ਬੜੀ ਵਾਰੀ ਕਹਿ ਚੁੱਕਾ, ਕੋਈ ਸੁਣਦਾ ਹੀ ਨਹੀਂ ਹੈਗਾ। ਮੱਛੀਆਂ ਮਾਰ ਰਹੀਆਂ। ਉਹ ਇਨਡਾਇਰੈਕਟ ਇਹੀ ਸੀਗਾ ਵੀ ਸੁਣਦਾ ਕੋਈ ਨਹੀਂ ਆ,
ਕਿਹਨੂੰ ਕਹੀਏ ਤੇ ਕਿਹਨੂੰ ਨਾ ਕਹੀਏ। ਕਾਂਗਰਸ ਸਰਕਾਰ ਵੀ ਉਹ ਇਹੀ ਕਹਿੰਦੇ ਸੀ, ਕਹਿੰਦੇ ਜੀ ਮੈਂ ਇਕੱਲਾ ਐਫਰਟ ਕਰਕੇ ਆਪਣੇ ਸਿਰ ਦੇ ਉੱਤੇ ਇਹ ਕਰ ਲਿਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਲੋਕਾਂ ਲਈ ਕਰਨ ਡਿਆ ਜਿਹੜੇ ਮਤਲਬ ਸੋਚਦੇ ਹੋਣੇ ਕਿ ਮੈਨੂੰ ਕੋਈ ਪੋਲੀਟੀਕਲ ਫਾਇਦਾ ਚਾਹੀਦਾ। ਫਿਰ ਮੈਂ ਉਹੀ ਕਹਿੰਦਾ ਵੀ ਸੰਜੀਵ ਜੀ ਸੁਣਦਾ ਕੋਈ ਨਹੀਂ ਆ, ਉਹ ਆਪਣੇ ਸਿਰ ਤੇ ਤੁਸੀਂ ਕਰਨਾ, ਆਪਣੇ ਸਿਰ ਤੇ ਜੱਗ ਜਿੱਤਣਾ ਜਿੱਤ ਲਓ, ਨਹੀਂ ਤਾਂ ਕੋਈ ਨਹੀਂ। ਸਰਕਾਰਾਂ ਇਹ ਕਹਿੰਦੀਆਂ ਤੇ ਬਾਕੀ ਤੇ ਫਿਰ ਸਟੇਟਮੈਂਟਸ ਹੀ ਨੇ, ਬਾਕੀ ਸਾਰੀਆਂ ਸਟੇਟਮੈਂਟਸ ਲੋਕਾਂ ਵਾਸਤੇ। ਗੱਲਾਂ ਦਾ ਕੜਾਹ ਬਣਾਉਣਾ ਤਾਂ ਮਿੱਠਾ ਥੋੜਾ ਕਿਉਂ ਪਾਉਣਾ, ਗੱਲ ਤੇ ਇਹ ਸ਼ੂਗਰ ਹੀ ਹੋ ਜਾਵੇ ਜ਼ਿਆਦਾ ਮਿੱਠੇ ਨਾਲ। ਇਹ ਸ਼ੁਕਰਾਂ ਤਾਂ ਹੋਈਆਂ ਸਾਨੂੰ। ਅਸੀਂ ਕਹਿੰਦੇ ਜੀ ਨਾ ਮੰਤਰੀ ਜਿੰਦਾਬਾਦ ਜਿੰਦਾਬਾਦ, ਫਲਾਨਾ ਪਿੰਡ ਚੋਂ ਇਕੱਠੇ ਕਰਕੇ ਲੈ ਜਾਂਦਾ, ਇੱਕ ਮੋਹਤਵਾਰ ਜਿਹਾ ਰੱਖਿਆ ਹੁੰਦਾ, ਉਹ ਐਮਐਲਏ ਨੇ ਆਪਣਾ ਵੀ ਤੇਰਾ ਕੰਮ ਕਰਾ ਦਿਆ ਕਰੂੰਗਾ। ਉਹ ਫਿਰ ਅਸੀਂ ਵੀ ਮੋਹਤਵਾਰ ਦੇ ਪਿੱਛੇ ਜਾਂਦੇ ਪਈ ਚੱਲ ਜਾਵਾਂਗੇ। ਉਹ ਕਹਿੰਦਾ ਵੀ ਮੇਰੇ ਨਾਲ ਰੈਲੀ ਤੇ ਜਾਣਾ ਪੈਣਾ, ਪਰ ਮਜਬੂਰੀ ਨੂੰ ਚੱਲ ਜਾ ਹੀ ਉਹਨੇ ਜੀ ਫਲਾਣੇ ਥਾਂ ਕੰਮ ਕਰਾਇਆ ਸੀਗਾ। ਇਹ ਸੈੱਟ ਆਫ ਪੈਟਰਨ ਜਿਹੜਾ ਨਾ ਗੰਦਾ ਹੋ ਗਿਆ। ਸਹੀ ਗੱਲ ਹੈ। ਔਰ ਇਹ ਪਤਾ ਨਹੀਂ ਕਿਹੜੇ ਰਿਜ਼ਲਟ ਤੇ ਸਾਨੂੰ ਲੈ ਕੇ ਜਾਏਗਾ। ਇਹ ਬਹੁਤ ਹੀ ਡੇਂਜਰਸ ਆ ਔਰ ਬਹੁਤ ਹੀ ਸੋਚ ਕੇ ਮੈਂ ਕਦੀ ਸੋਚਦਾ ਹੁੰਦਾ, ਪਿੱਛੇ ਜੇ ਚੋਣਾਂ ਹੋ ਕੇ ਹਟੀਆਂ, ਆਪਾਂ ਵੀ ਕੰਮ ਕਰਦੇ, ਤੁਸੀਂ ਵੀ ਕੰਮ ਕਰਦੇ ਨਾ, ਇੱਕ ਦਿਨ ਦੀ ਛੁੱਟੀ ਮੰਗ ਲਓ ਤੇ ਸਾਡਾ ਜਿਹੜਾ ਅਫਸਰ ਆ ਕਿੱਦਾਂ ਸਾਡੇ ਵੱਲ ਔਰਾ ਵੇਖਣਾ ਸ਼ੁਰੂ ਹੋ ਜਾਂਦਾ ਨਾ। ਫਿਰ ਕਹੀਏ ਦੂਸਰੇ ਦਿਨ ਵੀ ਸਾਨੂੰ ਕੋਈ ਕੰਮ, ਫਿਰ ਆਹ ਜਿਹੜੇ ਰੈਲੀਆਂ 'ਚ ਆਉਂਦੇ ਇਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਭਲਾ। ਇਹ ਕੀ ਸੁਣਦੇ ਆ, ਕਿਤੇ ਕਿੱਡਾ ਕੁ ਸਕਾਲਰ ਰਿਲੇਟਡ ਦਿੰਦੇ ਇਹ, ਤੇ ਕਰੋੜਾਂ ਲੱਖਾਂ ਲੋਕੀ ਮੂਹਰੇ ਬੈਠੇ ਹੁੰਦੇ। ਭਾਈ ਕੀ ਸੁਣਦੇ ਤੁਸੀਂ ਉਹਨਾਂ ਨੂੰ? ਮੈਂ ਕਈ ਰੈਲੀ ਕਵਰ ਕਰਨ ਜਾਵਾਂ ਤਾਂ ਮੈਂ ਲੋਕਾਂ ਤੋਂ ਪੁੱਛਦਾ ਵੀ ਤੁਹਾਨੂੰ ਕੀ ਸਮਝ ਲੱਗਾ, ਵੀ ਕੀ ਉਹਨੇ ਕਿਹਾ, ਵੀ ਤੁਹਾਨੂੰ ਲੱਗਦਾ ਲੀਡਰ ਆਊਗਾ। ਉਹ ਚਿਹਰੇ ਹੁੰਦੇ ਉਹਨਾਂ ਦੇ ਗੁੰਗੇ ਬੁੜੇ ਜਿਹੇ ਚਿਹਰੇ, ਵੀ ਤੁਸੀਂ ਸਿੱਧਾ ਹੀ ਦੱਸ ਦਿੰਦੇ ਹੋ ਵੀ ਸਾਨੂੰ ਨਹੀਂ ਕੋਈ ਪਤਾ, ਭਾਈ ਅਸੀਂ ਤਾਂ ਐਂ ਸੀ ਕਿ ਹੜਾ ਗੁੱਲਾ ਕਰ ਲਿਆ, ਚੱਲੀਏ ਹੁਣ ਟਰਾਲੀਆਂ 'ਚ। ਇਹ ਚੀਜ਼ਾਂ ਤਾੜੀਆਂ ਮਾਰਨ ਵਾਸਤੇ। ਹਾਂ ਬਸ। ਤੇ ਉਹ ਸਿਸਟਮ ਖਰਾਬ ਹੈ ਨਾ। ਜਦ ਤੱਕ ਤੁਸੀਂ ਅਵੇਅਰ ਨਹੀਂ ਹੈਗੇ, ਜਦ ਤੱਕ ਤੁਸੀਂ ਉੱਠਦੇ ਨਹੀਂ ਨਾ ਹੈਗੇ ਤੇ ਉੱਠਣੇ ਦਿੰਦੇ ਨਹੀਂਗੇ। ਹਮੇਸ਼ਾ ਜਾਗਰਤੀ ਦੀ ਕਮੀ ਰਹੀ ਹੈ, ਜਾਗਰੂਕ ਨਹੀਂ ਹੋ ਸਕਿਆ ਸਾਡਾ ਭਾਰਤ ਦਾ, ਸਾਡਾ ਪੰਜਾਬ ਦਾ ਨਾਗਰਿਕ। ਇਸ ਕਰਕੇ ਮਨਮਾਨੀਆਂ ਚੱਲ ਰਹੀਆਂ ਨੇ ਔਰ ਪਤਾ ਨਹੀਂ ਕਦੋਂ ਤੱਕ ਚੱਲਦੀਆਂ ਰਹਿਣੀਆਂ ਨੇ। ਇਹ ਸਿੱਖਿਅਤ ਕਦੋਂ ਹੋਣਾ ਹੈ, ਅਸੀਂ ਇਹ ਹਜੇ ਵੀ ਕੁਐਸਚਨ ਮਾਰਕ ਲੱਗਾ ਹੋਇਆ ਸਾਡੇ ਉੱਤੇ। ਸੋ ਆਪਾਂ ਅੱਗੇ ਵਧਦੇ ਹਾਂ। ਕਿਸਾਨ ਮੋਰਚੇ ਵੱਲੋਂ ਚੋਣ ਲੜ ਚੁੱਕੇ ਮਲਵਿੰਦਰ ਸਿੰਘ ਭਾਜਪਾ ਵਿੱਚ ਸ਼ਾਮਿਲ ਹੋ ਗਏ ਨੇ। ਆਇਆ ਮਜ਼ਾ? ਮੈਂ ਉਹੀ ਕਹਿ ਰਿਹਾ ਵੀ ਅੱਜ ਕੱਲ੍ਹ ਕਿਸੇ ਦਾ ਰਸੂਖ ਨਹੀਂ ਤੇ ਕਿਸੇ ਦਾ ਕੋਈ ਵਜੂਦ ਨਹੀਂ। ਬਿਲਕੁਲ ਸਹੀ ਹੈ। ਰਾਤੀ ਅਸੀਂ ਰੋਟੀ ਖਾ ਕੇ ਸਵੇਰ ਨੂੰ ਅਸੀਂ ਕਹਿ ਲਿਆ ਅਸੀਂ ਖਾਧੀ ਨਹੀਂ ਨਾ, ਫਿਰ ਉਹਦਾ ਕਰ ਕੀ ਲੈਣਾ ਹੈ ਨਾ। ਕੁਛ ਨਹੀਂ ਕਰ ਸਕਦੇ। ਦਿਨੇ ਕੱਲ ਤੁਸੀਂ ਹੋਰ ਕਹਿ ਤਾ, ਬਾਅਦ ਚੋਂ ਕਹਿੰਦਾ ਮੈਂ ਕਿਹਾ ਹੀ ਨਹੀਂ, ਫਿਰ ਕੀ ਕਰ ਲੈਣਾ। ਕਹਿੰਦੇ ਸੀ ਕਿ ਮੈਂ ਬਹੁਤ ਪ੍ਰਭਾਵਿਤ ਹੋਇਆ ਬੀਜੇਪੀ ਦੀ ਵਿਚਾਰਧਾਰਾ ਤੋਂ, ਪਹਿਲਾਂ ਨਹੀਂ ਸੀ ਪ੍ਰਭਾਵਿਤ। ਅੱਛਾ, ਫਿਰ ਮੂੰਹ ਤੁਰਿਆ ਨਾ ਜਾਵੇ ਗੋਡਿਆਂ ਦਾ। ਵੀ ਕਹਿੰਦੇ ਹੁੰਦੇ ਆ ਵੀ ਤੁਸੀਂ ਪਹਿਲਾਂ ਇਹਦੀ ਵਿਚਾਰਧਾਰਾ ਤੋਂ ਉਦੋਂ ਪ੍ਰਭਾਵਿਤ ਨਹੀਂ ਹੋਏ ਸੀ ਜਦੋਂ ਖੇਤੀ ਕਾਨੂੰਨ ਲਾਤੇ ਸੀਗੇ, ਜਾਂ ਫਿਰ ਤੁਸੀਂ ਉਦੋਂ ਪ੍ਰਭਾਵਿਤ ਹੋਏ ਹੋਣੇ ਜਦੋਂ ਫਿਰ ਫਿਰੋਜ਼ਪੁਰ ਆਏ ਸੀ ਤੇ ਕਹਿੰਦੇ ਸੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪੰਜਾਬ ਵਾਲਿਆਂ ਨੇ, ਜਾਂ ਫਿਰ ਤੁਸੀਂ ਹੁਣ ਪ੍ਰਭਾਵਿਤ ਹੋਏ ਹੋਣੇ ਜਦੋਂ ਗਿਆਨਵਾਪੀ ਮਸਜਿਦ ਦੇ ਉੱਤੇ ਉਹਨਾਂ ਨੇ ਕਹਿੰਦੇ ਜੀ ਰਿਸਰਚ ਕਰਨੀ ਆ, ਜਾਂ ਫਿਰ ਤੁਸੀਂ ਉਦੋਂ ਪ੍ਰਭਾਵਿਤ ਹੋਏ ਹੋਣੇ ਜਦੋਂ ਨੋਟਬੰਦੀ ਕੀਤੀ ਸੀਗੀ, ਜਾਂ ਫਿਰ ਹੁਣ ਜੇ ਪ੍ਰਭਾਵਿਤ ਹੋ ਗਏ ਹੋਣੇ ਜਦੋਂ ਸੋਚਣ ਵਾਲੀ ਗੱਲ ਹੈ। ਪਤਾ ਨਹੀਂ ਕਦੋਂ ਪ੍ਰਭਾਵਿਤ ਹੋ ਗਏ। ਸਾਰਾ ਕਿਸਾਨ ਮੋਰਚਾ ਠੀਕ ਹੈ ਤੁਸੀਂ ਹੰਡਾਇਆ, ਉਸ ਤੋਂ ਬਾਅਦ ਤੁਸੀਂ ਪ੍ਰਭਾਵਿਤ ਹੋ ਜਾਂਦੇ ਹੋ ਬੀਜੇਪੀ ਦੀ ਵਿਚਾਰਧਾਰਾ ਤੋਂ ਔਰ ਤੁਸੀਂ ਛੱਡ ਕੇ ਆਪਣੀ ਪਾਰਟੀ, ਹਾਲਾਂਕਿ ਤੁਸੀਂ ਇਲੈਕਸ਼ਨਸ ਵੀ ਲੜੀਆਂ ਨੇ ਉਹਨਾਂ ਦੀ ਟਿਕਟ ਦੇ ਉੱਤੇ, ਉਸ ਤੋਂ ਬਾਅਦ ਤੁਸੀਂ ਬੀਜੇਪੀ 'ਚ ਸ਼ਾਮਿਲ ਹੋ। ਠੀਕ ਹੈ, ਕੀ ਕਹਿ ਸਕਦੇ ਆ। ਪਰ ਇਹ ਬਹੁਤ ਮਾੜੀਆਂ ਗੱਲਾਂ ਨੇ। ਜਦ ਤੁਸੀਂ ਤੁਹਾਡੀ ਕਹਿੰਦੇ ਹੁੰਦੇ ਨਾ ਕਿ ਤੁਹਾਡੀ ਇੱਕ ਚੀਜ਼, ਅਸੀਂ ਉਹਨੂੰ ਸੰਘਰਸ਼ ਨੂੰ ਲੜਿਆ, ਅਸੀਂ ਪਰੋੜ ਹੋਏ ਉਸ ਸੰਘਰਸ਼ ਦੇ ਵਿੱਚ ਉੱਠੇ ਆ, ਫਿਰ ਤੁਸੀਂ ਇੱਕ ਉਸ ਧੜੇ 'ਚ ਜਾਓ ਤਾਂ ਫਿਰ ਮੈਨੂੰ ਲੱਗਦਾ ਨਿੱਜੀ ਤੁਹਾਡੇ ਸਵਾਰਥ ਹੋ ਸਕਦੇ ਆ। ਬਿਲਕੁਲ ਸਮਝ ਆਉਂਦੀ ਹੈ ਗੱਲ। ਚਲੋ ਅਗਲੀ ਗੱਲ ਸਮਝਣ ਵਾਲੀ ਇਹ ਹੈ ਕਿ ਜਿਹੜੇ ਸਾਡੇ ਲਾਲਜੀਤ ਸਿੰਘ ਨੇ ਭੁੱਲਰ ਸਾਹਿਬ, ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਦੀ 15 ਜੂਨ ਤੋਂ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਹੈ ਅਸੀਂ ਦਿੱਲੀ ਹਵਾਈ ਅੱਡੇ ਤੱਕ, ਲੋਕਾਂ ਨੂੰ ਸਹੂਲੀਅਤ ਹੈ। ਤੇ ਜਿਹੜਾ ਇਹ ਮਾਫੀਆ ਹੈਗਾ ਟਰਾਂਸਪੋਰਟ ਮਾਫੀਆ, ਉਹ ਸੋਚੀ ਪਿਆ ਹੋਇਆ ਕਿ ਹੁਣ ਕੀਤਾ ਜਾਵੇ ਤੇ ਕੀ ਕੀਤਾ ਜਾਵੇ। ਦੇਖੋ ਜਿਹੜੀ ਗੱਲ ਵਾ ਤੁਸੀਂ ਲਾ ਦਿੱਤੀ, ਬਹੁਤ ਚੰਗੀ ਗੱਲ ਹੋਈ ਹੈ, ਬਹੁਤ ਵਧੀਆ। ਹੁਣ ਕੈਨੇਡਾ ਅਮਰੀਕਾ ਤੁਸੀਂ ਤਾਂ ਜਾਂਦੇ ਨਹੀਂ, ਉਹ ਘਰਾਂ 'ਚੋਂ ਜਾਂਦੇ ਨਿਆਣੇ ਜਿਹੜੇ ਵੈਲ ਆਫ ਹੁੰਦੇ ਨੇ, ਉਹਨਾਂ ਨੂੰ ਤੁਸੀਂ ਚਲੋ ਸਹੂਲਤ ਦੇ ਦਿੱਤੀ, ਸਾਡੇ ਟੈਕਸ ਦਾ ਪੈਸਾ ਦਿੰਦੇ ਆ, ਤੁਸੀਂ ਵਧੀਆ ਕੀਤਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਟਰਾਂਸਪੋਰਟ ਜਿਹੜਾ ਇੱਕ ਤਾਣਾ ਬਾਣਾ ਆ ਉਹਨੂੰ ਸੁਧਾਰ ਲਿਆ। ਉਹਨੂੰ ਸੁਧਾਰਨ ਦੇ ਲਈ ਤੁਹਾਨੂੰ ਹਲੇ ਬਹੁਤ ਮਸ਼ੱਕਤ ਕਰਨੀ ਪੈਣੀ ਹੈ। ਤੇ ਚਲੋ ਦੇਖਦੇ ਹਾਂ। ਕਹਿੰਦੇ ਪਹਿਲਾਂ ਤਾਂ ਅਸੀਂ ਕਹਿੰਦੇ ਹੁੰਦੇ ਆ ਜਿਹੜੇ ਅੱਜ ਕੱਲ੍ਹ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ, ਉਹਨਾਂ ਦੇ ਲਾਰਿਆਂ 'ਚ ਰਹੇ ਹਾਂ। ਹੁਣ ਅਸੀਂ ਲਾਲਜੀਤ ਭੁੱਲਰ ਹੋਣਾ ਦੇ ਵਾਅਦੇ ਦੇਖਦੇ ਹਾਂ। ਇਹ ਉਹੀ ਲਾਲਜੀਤ ਭੁੱਲਰ ਨੇ ਜਿਹਨਾਂ ਦੀ ਥੋੜ੍ਹੇ ਦਿਨ ਵੀਡੀਓ ਪਹਿਲਾਂ ਵਾਇਰਲ ਹੋਈ ਸੀ, ਕਹਿੰਦੇ ਜਦੋਂ ਗੱਡੀ ਦੇ ਉੱਤੋਂ ਆਪ ਰੂਫਟਾਪ ਥਾਣੀ ਖੜੇ ਸੀ ਤੇ ਵਿਚਾਰੇ ਸਿਕਿਉਰਿਟੀ ਗਾਰਡ ਲਮਕਾਏ ਹੋਏ ਸੀਗੇ। ਨਹੀਂ, ਉਹ ਤਾਂ ਇਲੈਕਸ਼ਨ ਜਿੱਤ ਕੇ ਆਏ ਸੀ। ਚਲ ਉਦੋਂ ਇਲੈਕਸ਼ਨ ਉਦੋਂ ਦੀ ਗੱਲ ਹੈ, ਉਦੋਂ ਕੁਝ ਨਹੀਂ ਕਹਿਣਾ, ਉਦੋਂ ਕੁਝ ਨਹੀਂ ਕਹਿਣਾ। ਠੀਕ ਹੈ। ਹੁਣ ਜਦੋਂ ਪਾਵਰ 'ਚ ਆਏ ਨੇ ਨਾ, ਉਦੋਂ ਹੀ ਕਹਿਣਾ। ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹੁਣ ਇਦਾਂ ਦਾ ਕੋਈ ਕੰਮ ਨਹੀਂ ਕਰੂੰਗਾ। ਉਹਨਾਂ ਨੇ ਪ੍ਰੋਮਿਸ ਕੀਤਾ ਸੀ, ਹਜੇ ਤੱਕ ਨਹੀਂ ਕੀਤਾ ਹੈ। ਅੱਛਾ, ਪਹਿਲਾਂ ਜੋ ਮਰਜ਼ੀ ਕਰ ਲੈਣ ਇਹ। ਸੋ ਹੁਣ ਇਹ ਨਵੇਂ ਸਿਰੇ ਖੇਡਦੇ ਆ ਨਾ, ਕਿਉਂਕਿ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਿਕ ਤਾਂ ਇਹੀ ਆ। ਉਹ ਕਹਿੰਦੇ ਹੁੰਦੇ ਨਾ ਵੀ ਮੇਰੇ ਨਾਲ ਤਾਂ ਇਦਾਂ ਹੁੰਦਾ ਸੀ, ਸ਼ਾਇਦ ਤੁਹਾਡੇ ਨਾਲ ਨਾ ਹੁੰਦਾ ਹੋਵੇ। ਪਿਛਲੀ ਕਲਾਸ 'ਚ ਮੈਂ ਨਾ ਕਈ ਕਾਪੀਆਂ ਸਾਫ਼ ਕਰਕੇ ਨਹੀਂ ਬਣਾਉਣੀਆਂ ਤੇ ਪੜ੍ਹੇ ਘੱਟ ਹੁੰਦੇ ਸੀਗੇ।
ਬਾਬੇ ਅੱਗੇ ਅਰਦਾਸ ਕਰਨੀ, ਬਾਬਾ ਜੀ ਇਸ ਵਾਰੀ ਪਾਸ ਕਰਾ ਦਿਓ, ਅਗਲੇ ਸਾਲ ਮੈਂ ਸਾਰੀਆਂ ਕਾਪੀਆਂ ਬਣਾਉਂਗਾ, ਸੋਹਣਾ ਸੋਹਣਾ ਲਿਖੂੰਗਾ, ਮੈਂ ਵਧੀਆ ਪੜ੍ਹੂੰਗਾ, ਆਪਣੇ ਚਿੱਤੋਂ ਇਹ ਸੋਚਣਾ। ਉਹ 5 ਕੁ ਦਿਨ ਤਾਂ ਬੜੇ ਸੌਖੇ ਲੰਘਦੇ ਸੀਗੇ, ਉਹ ਅਗਲੇ 7ਵੇਂ 8ਵੇਂ ਦਿਨ ਫੇਰ ਉਹੀ ਗੂਤ ਘਤਾਲਾ। ਤੇ ਮੈਨੂੰ ਲੱਗਦਾ ਇਹ ਇਹਨਾਂ ਨਾਲ ਵੀ ਮੈਨੂੰ ਲੱਗਦਾ ਇਹੀ ਹੋਣ ਡਿਆ ਵੀ ਹੁਣ ਮੈਂ ਨਵੇਂ ਸਿਰੋਂ ਖੇਡਣਾ, ਹੁਣ ਨਹੀਂ ਮੈਂ ਕੁਛ ਕਰਨਾ, ਤੇ ਹੁਣ ਰੱਬ ਜਾਣਦਾ ਕਰਨ ਨਾ ਕਰਨ। ਹਾਂ, ਇਹ ਤਾਂ ਰੱਬ ਹੀ ਜਾਣਦਾ, ਬਾਕੀ ਸਹੀ ਗੱਲ ਹੈ। ਚਲੋ, ਇੱਕ ਉਹ ਸਹੂਲੀਅਤ ਹੈ। ਦੂਜੀ ਸਹੂਲੀਅਤ ਇਹ ਵੀ ਕਹਿੰਦੇ ਨੇ ਕਿ ਜਦੋਂ ਤੁਸੀਂ ਕੋਈ ਨਵੀਂ ਗੱਡੀ ਖਰੀਦੋਗੇ ਤਾਂ ਡੀਲਰਸ ਦੇ ਆਫਿਸ ਦੇ ਵਿੱਚ ਹੀ ਬਹਿ ਕੇ ਤੁਹਾਡੀ ਆਰਸੀ ਬਣ ਜਾਣੀ ਹੈ, ERC। ਫਿਰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਤੁਹਾਨੂੰ ਜਾ ਕੇ ਧੱਕੇ ਨਹੀਂ ਖਾਣੇ ਪੈਣੇ, DTO ਆਫਿਸ ਜਾ ਕੇ ਉਹ ਸਾਰੀਆਂ ਕਾਰਵਾਈਆਂ ਨਹੀਂ ਕਰਨੀਆਂ ਪੈਣੀਆਂ। ਜਿੱਥੋਂ ਗੱਡੀ ਖਰੀਦੀ, ਜਿਵੇਂ ਲਾਇਸੈਂਸ ਮਿਲ ਜਾਂਦਾ, ਕੱਚਾ ਨੰਬਰ ਮਿਲ ਜਾਂਦਾ, ਉਹੀ ਸਭ ਕੁਝ ਉੱਥੇ ਆਰਸੀ ਵੀ ਬਣ ਜਾਏਗੀ ਤੇ ਪੱਕਾ ਨੰਬਰ ਵੀ ਹੋ ਜਾਏਗਾ। ਤਾਂ ਹਾਂ, ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਲਾਇਸੈਂਸ ਵੀ, ਮੈਂ ਉਹਨਾਂ ਨੇ ਲਾਇਸੈਂਸ ਦਾ ਪਹਿਲਾਂ ਕਹਿ ਦਿੱਤਾ ਵੀ ਤੁਸੀਂ ਜਿਹੜਾ ਲਰਨਿੰਗ ਲਾਇਸੈਂਸ ਆ ਤੁਸੀਂ ਘਰ ਬੈਠੇ ਅਪਲਾਈ ਕਰ ਸਕਦੇ ਆ, ਵੀ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ। ਸਹੀ ਹੈ। ਮੈਨੂੰ ਲੱਗਦਾ ਇਹ ਮਾਮਲੇ ਦੇ ਵਿੱਚ ਬਹੁਤ ਸਹੀ ਹੋਗਾ, ਕਿਉਂਕਿ ਇਹ ਬਹੁਤ ਧੱਕੇ ਖਾਣੇ ਆ। ਪਰ ਪਤਾ ਰੀਜ਼ਨ ਮੈਂ ਕਦੇ ਕਦੇ ਵੇਖਦਾ ਹੁੰਦਾ ਵੀ ਹਜੇ ਵੀ ਉਹ ਲੋਕ ਤੁਰੇ ਫਿਰਦੇ ਜਿਹੜੇ ਕਹਿੰਦੇ ਕਾਕਾ ਇੱਦਾਂ ਕਰ, ਆਪਣਾ ਫਲਾਨਾ ਮੁੰਡੇ ਤੋਂ ਅਪਲਾਈ ਕਰਾਇਆ ਜਾ ਕੇ, ਉਹ ਮੁੰਡਾ ਫਿਰ ਉੱਥੇ 50 ਰੁਪਏ ਲੈਂਦਾ ਹੁੰਦਾ। ਅਸੀਂ ਇੰਨੇ ਸਾਊਂਡ ਨਹੀਂ ਹੋਏ, ਹਾਲਾਂਕਿ ਜਿਹੜੀ ਕਲਾਸ ਸਾਊਂਡ ਆ ਟੈਕਨੀਕਲੀ, ਜਿਨ੍ਹਾਂ ਕੋਲੇ ਫੁੱਲ ਫਿਰ ਸੁਵਿਧਾ, ਉਹਨਾਂ ਦੇ ਲਈ ਬਹੁਤ ਚੰਗੀ ਗੱਲ ਆ। ਬਾਕੀ ਚਲੋ ਰਸ਼ ਤੋਂ ਬਚਣ ਲਈ ਉਹਨਾਂ ਲਈ ਵੀ ਠੀਕ ਆ, ਕਿਉਂਕਿ ਜਿੱਥੇ 50 ਰੁਪਏ ਪਿੰਡ ਵਾਲੇ ਨੂੰ ਦੇ ਦਿੰਦੇ ਆ, ਉੱਥੇ ਨਹੀਂ ਤਾਂ ਪਹਿਲਾਂ 50 ਦਾ ਤੇਲ ਫੂਕ ਕੇ ਜਾਂਦੇ ਸੀ, ਸਾਰਾ ਕੰਮ ਧੰਦਾ ਰੋਕਦੇ ਸੀ। ਇੱਥੇ ਫਿਰ ਚਲੋ ਆਪਣੇ ਪਿੰਡ ਵਾਲਿਆਂ ਤੋਂ ਕਰਾ ਲੈਂਦੇ ਆ। ਨਹੀਂ, ਸਹੀ ਆ। ਔਰ ਮਾਡਰਨ ਟਾਈਮ ਦੇ ਮੁਤਾਬਿਕ ਸਾਨੂੰ ਚੱਲਣਾ ਵੀ ਚਾਹੀਦਾ, ਜਿੰਨੀ ਵੀ ਸਹੂਲਤ ਹੋ ਸਕੇ, ਸਮਾਂ ਜਿੰਨਾ ਬਚ ਸਕੇ, ਜਿੰਨੀ ਖੱਜਲ ਖੁਆਰੀ ਤੋਂ ਬਚ ਸਕੀਏ, ਜਿੰਨਾ ਪੇਪਰ ਵਰਕ ਘੱਟ ਸਕੇ, ਇਹ ਸਾਰੀਆਂ ਚੀਜ਼ਾਂ ਵਧੀਆ ਨੇ, ਇਹ ਵਧੀਆ ਸਹੂਲਤ ਹੈ। ਸੋ ਬਿਜਲੀ ਦੀ ਉਹੀ 1 ਕਿਲੋਵਾਟ ਦਾ ਜਿਹੜਾ ਝਗੜਾ ਹੈ, ਉਹ ਕਦੇ ਰੂਲ ਵਾਪਸ ਲੈ ਲਿਆ, ਔਰ ਉਹ ਕਹਿੰਦੇ ਨੇ ਕਿ ਉਸ ਤੋਂ ਬਾਅਦ ਨਹੀਂ, ਹੁਣ ਤੇ ਇਹਨਾਂ ਨੇ ਨੋਟੀਫਿਕੇਸ਼ਨ ਕੀਤਾ, ਅੱਜ ਕੱਲ ਜਾਰੀ ਕੀਤਾ ਆ। ਨੋਟੀਫਿਕੇਸ਼ਨ ਦੇ ਵਿੱਚ ਇਹ ਕਹਿ ਦਿੱਤਾ ਵੀ ਪਹਿਲਾਂ ਕਹਿੰਦੇ ਸੀ ਵੀ ਸਾਰਿਆਂ ਨੂੰ ਮਿਲਣਾ, ਹੁਣ ਇਹਨਾਂ ਨੇ ਕਿਹਾ ਵੀ ਜਨਰਲ ਵਾਰਡ 'ਚ ਜਿਹੜੇ ਇਕਨੋਮਿਕਲੀ ਸਾਊਂਡ ਨੇ, ਯਾਨੀ ਕਿ ਜਿਹੜੇ ਠੀਕ ਨੇ, ਸਮਰੱਥ ਨੇ, ਉਹਨਾਂ ਨੂੰ ਨਹੀਂ ਅਸੀਂ ਦੇਣਾ। ਉਹੀ ਇਨਕਮ ਟੈਕਸ ਰਿਟਰਨ ਭਰਦੇ ਨੇ। ਪਰ ਗੱਲ ਇਹ ਹੁੰਦੀ ਹੈ ਨਾ ਕਿ ਜਤਿੰਦਰ ਜੀ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਕਈ ਵਾਰ ਕਰ ਚੁੱਕੇ ਹਾਂ, ਕਿ ਮੰਨ ਲਓ ਕੈਟਾਗਰੀਜ਼ ਤੁਸੀਂ ਬਣਾ ਲਈਆਂ, ਪਰ ਉਸ ਕੈਟਾਗਰੀ ਦਾ ਬੰਦਾ ਜੋ ਫਾਲ ਕਰਦਾ ਬਹੁਤ ਰਿਚ ਆ, ਔਰ ਉਹਨੂੰ ਤੁਸੀਂ ਉਹ ਸਹੂਲੀਅਤ ਦੇ ਦਿੱਤੀ, ਔਰ ਜੋ ਜਨਰਲ ਕੈਟਾਗਰੀ ਆ, ਠੀਕ ਹੈ, ਉਹਨੂੰ ਤੁਸੀਂ ਦੇਖਿਆ ਕਿ ਉਹਨੂੰ ਜੇ ਲੋੜ ਹੈ, ਪਰ ਉਹ ਕੈਟਾਗਰੀ ਜਨਰਲ ਆ, ਇਸ ਕਰਕੇ ਉਹਨੂੰ ਉਹ ਸਹੂਲੀਅਤ ਨਹੀਂ ਮਿਲੇਗੀ। ਇਹ ਚੀਜ਼ਾਂ ਨਾ ਠੀਕ ਨਹੀਂ, ਕਿਉਂਕਿ ਇੱਕ ਸਿੱਧਾ ਜੋ ਕੁਦਰਤੀ ਕਾਨੂੰਨ ਹੈ ਉਹਦੇ ਮੁਤਾਬਿਕ ਇਹੀ ਹੈ ਕਿ ਜਿਹਨੂੰ ਲੋੜ ਹੈ, ਜਿਹੜਾ ਭੁੱਖਾ ਹੈ, ਜਿਹਨੂੰ ਭੁੱਖ ਲੱਗੀ, ਉਹਨੂੰ ਰੋਟੀ ਖਵਾਓ ਨਾ, ਰੱਜਿਆਂ ਨੂੰ। ਮੇਰੀ ਗੱਲ ਸੁਣੋ ਨਾ, ਗੱਲ ਤੇ ਤੁਹਾਡੀ ਬਿਲਕੁਲ ਸਹੀ ਆ, ਪਰ ਤੁਸੀਂ ਗੱਲਾਂ ਸਹੀ ਨਹੀਂ ਕਰਦੇ। ਮੈਂ ਗੱਲਾਂ ਬਿਲਕੁਲ ਗਲਤ ਕਰਦਾ, ਮੈਨੂੰ ਪਤਾ ਵੀ ਮਤਲਬ ਇਦਾਂ ਹੋਣ ਲੱਗ ਪਵੇ ਤੇ ਫਿਰ ਸਮੱਸਿਆ ਹੀ ਨਾ ਰਵੇ, ਸਮੱਸਿਆ ਨਾ ਰਵੇ ਤੇ ਫਿਰ ਅਸੀਂ ਬੈਠੇ ਨਾ ਰਹੀਏ, ਸਮੱਸਿਆ ਨਾ ਰਵੇ ਤੇ ਫਿਰ ਇਹ ਉੱਪਰਲੇ ਬੈਠੇ ਨਾ ਰਹਿਣ, ਸਮੱਸਿਆ ਨਾ ਹੋਵੇ ਤੇ ਹਿਲਜੁਲ ਨਾ ਹੋਵੇ, ਸਮੱਸਿਆ ਨਾ ਹੋਵੇ ਤੇ ਕੋਈ ਮੰਤਰੀ ਤੇ ਗੋਡੇ ਨਾ ਘੁੱਟੇ, ਸਮੱਸਿਆ ਨਾ ਹੋਵੇ ਤੇ ਫਿਰ ਮੁੱਦਾ ਕਿੱਥੋਂ ਹੋਵੇ ਜਿਹਦੇ ਮੁੱਦੇ ਦੇ ਉੱਤੇ ਤੁਸੀਂ ਇਲੈਕਸ਼ਨ ਲੜਨੀਆਂ। ਤੇ ਉਹੀ ਗੱਲ ਹੈ ਨਾ ਵੀ ਇਹ ਕਿਹੜਾ ਵੀ ਅਮਰੀਕਾ ਵਾ ਜਿੱਥੇ ਅਸੀਂ ਇਦਾਂ ਦੇ ਮੁੱਦਿਆਂ, ਜਾਂ ਕੈਨੇਡਾ ਇਦਾਂ ਦੇ ਮੁੱਦੇ ਵੀ ਸਾਡੇ ਕੋਠੇ ਦੇ ਉੱਤੇ ਮੋਰ ਬੜੇ ਬੈਠਦੇ ਅੱਜ ਕੱਲ੍ਹ, ਉਹ ਇਦਾਂ ਦੇ ਮੁੱਦੇ ਲੈ ਕੇ ਬੈਠਦੇ, ਕਿਉਂਕਿ ਬਾਕੀ ਸਾਰੇ ਮੁੱਦੇ ਹੈ ਹੀ ਨਹੀਂਗੇ। ਇਹਦੇ ਵਿੱਚ ਵੀ ਵਿਪਕਸ਼ ਦਾ ਹੱਥ ਹੈ, ਸਾਡੇ ਕੋਠੇ ਉੱਤੇ ਮੋਰ ਬੈਠਦੇ। ਉੱਥੇ ਮੈਂ ਦੇਖਿਆ ਵੀ ਬੜੇ ਥਾਂ ਤੇ ਇਦਾਂ ਦੇ ਹੁੰਦਾ ਵੀ ਉਹਨਾਂ ਦੇ ਇਨਵਾਇਰਨਮੈਂਟ ਆਫਿਸ ਜਿਹੜਾ ਮਿਨਿਸਟਰ ਉਹਨੂੰ ਕਹਿੰਦੇ ਵੀ ਮੋਰ ਬਹੁਤ ਬੈਠਦੇ, ਵੀ ਤੁਸੀਂ ਇਹਨਾਂ ਦਾ ਕੁਝ ਕਰੋ ਰਡਾਰ ਤੇ, ਹੈ ਨਾ। ਤੇ ਉੱਥੇ ਇਦਾਂ ਦੇ ਮਸਲੇ ਆ। ਉਹ 911 ਤੇ ਕਾਲ ਕੀਤੀ ਸੀਗੀ, ਉਹ ਥੋੜਾ ਲੇਟ ਹੋ ਗਿਆ ਜੀ, 5 ਮਿੰਟ ਲੇਟ ਆਏ ਆ। ਹੁਣ ਇੱਥੇ ਅਸੀਂ ਥੋੜੀ ਕਹਿ ਸਕਦੇ ਹਾਂ, ਅਸੀਂ ਤਾਂ ਕਹਿੰਦੇ 2 ਘੰਟੇ ਲੇਟ ਆਏ ਆ, ਤੇ ਜੇ 5 ਮਿੰਟ ਲੇਟ ਹੋਏ ਤਾਂ ਕਦੀ ਡੇਟ ਗਿਣਦੇ ਨੂੰ ਕਹਿੰਦੇ ਅਸੀਂ ਪਹਿਲਾਂ ਆ ਗਏ ਆ। ਇਹ ਸਿਸਟਮ ਜਿਹੜਾ ਹੈ ਨਾ ਬਦਲਣ ਦੀ ਲੋੜ ਆ, ਫਿਲਹਾਲ ਮੈਨੂੰ ਲੱਗਦਾ ਸਾਨੂੰ ਜਾਣਾ ਚਾਹੀਦਾ। ਹਾਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਸਿਸਟਮ ਬਦਲਣ ਦੀ ਲੋੜ ਹੈ, ਬਟ ਕੀ ਕਰੀਏ, ਲੋਕਤੰਤਰ ਹੈ, ਇਸ਼ੂ ਬੇਸਡ ਪੋਲਿਟਿਕਸ ਹੈ। ਵਾਕਈ ਇਸ਼ੂ ਬੇਸਡ ਪੋਲਿਟਿਕਸ ਹੈ। ਉਹ ਕਹਿੰਦੇ ਨੇ ਵੀ ਇੰਨੇ ਸਾਲ ਸਾਨੂੰ ਹੋ ਗਏ ਆ ਆਜ਼ਾਦ ਹੋਇਆਂ ਨੂੰ, ਉਹ ਕਸ਼ਮੀਰ ਵੀ ਉੱਥੇ ਖੜਾ ਆ, ਉਹ ਅਸਾਮੀਆਂ ਵੀ ਉੱਥੇ ਖੜੇ ਆ, ਉਹ ਛੱਤੀਸਗੜ੍ਹ ਵਾਲੇ ਵੀ ਉੱਥੇ ਖੜੇ ਆ, ਪੰਜਾਬ ਬੋਡੋਲੈਂਡ ਵੀ ਉੱਥੇ ਖੜਾ, ਬੋਡੋਲੈਂਡ ਵੀ ਉੱਥੇ ਖੜਾ, ਵਾਕਈ ਬੋਡੋਲੈਂਡ ਵੀ ਉੱਥੇ ਖੜਾ, ਤੇ ਪੰਜਾਬ ਵੀ ਉੱਥੇ ਖੜਾ ਆ। ਤੇ ਅਸੀਂ ਹੁਣ ਚੱਲਦੇ, ਪਰ ਅਸੀਂ ਚੱਲਦੇ ਹਾਂ। ਪਰ ਜਾਂਦੇ ਜਾਂਦੇ ਇੱਕ ਗੱਲ ਹੋਰ, ਸਾਊਥ ਕੈਲੀਫੋਰਨੀਆ ਦੇ ਵਿੱਚ ਫਿਰ ਤੋਂ ਗੋਲੀ ਚੱਲੀ, 7-11 ਦੀਆਂ 4 ਦੁਕਾਨਾਂ ਦੇ ਅੰਦਰ ਫਿਰ 2 ਮੌਤਾਂ ਹੋ ਗਈਆਂ ਨੇ। ਅਮਰੀਕਾ ਕੱਲ੍ਹ ਹੀ ਉਹਨਾਂ ਨੇ ਜਸ਼ਨ ਮਨਾਇਆ ਸੀ ਹਲੇ ਵੀ ਅਸੀਂ ਕਾਨੂੰਨ ਪਾਸ ਕਰ ਦਿੱਤਾ ਤੇ ਹੁਣ ਗੋਲੀਬਾਰੀ ਨਹੀਂ ਹੋਊਗੀ। ਮੈਨੂੰ ਲੱਗਦਾ ਜੋ ਬਾਈਡਨ ਸਾਹਿਬ ਹੁਣਾਂ ਦੀ ਜਿਹੜੀ ਗੱਲਬਾਤ ਹੈ ਉਹ ਸਹੀ ਹੋਣ ਡਈ ਹੈ। ਉਹ ਕਹਿੰਦੇ ਸੀ ਵੀ ਕਾਨੂੰਨ ਤਾਂ ਬਣਾ ਲਿਆ ਪਰ ਇੰਨਾ ਸਖਤ ਨਹੀਂ ਹੈ, ਕਿਉਂਕਿ ਹਜੇ ਮਾਈਂਡ ਸੈਟ ਨਹੀਂ ਨਾ ਬਦਲਿਆ। ਓਕੇ, ਬਹੁਤ ਸਾਲਾਂ ਤੋਂ ਚੱਲ ਰਿਹਾ। ਚਲੋ, ਮਾਈਂਡ ਸੈਟ ਬਦਲਨੇ ਵਾਕਈ ਬਹੁਤ ਔਖੇ ਹੈ। ਤੁਸੀਂ ਭਾਰਤ ਵਰਗੇ ਮੁਲਕ ਦਾ ਵੀ ਅੰਦਾਜ਼ਾ ਲਾ ਸਕਦੇ ਹੋ, ਔਰ ਅਸੀਂ ਵੀ ਅੰਦਾਜ਼ਾ ਲਗਾਤਾਰ ਲਾਉਂਦੇ ਰਹਿੰਦੇ। ਹੁਣ ਤਾਂ ਇੱਦਾਂ ਲੱਗਦਾ ਵੀ ਪਤਾ ਨਹੀਂ ਕੀ ਕਹਿੰਦੇ ਰਹਿੰਦੇ ਆ। ਫਿਲਹਾਲ ਮੈਨੂੰ ਤੇ ਸੰਜੀਵ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।